चल ਜਿਹੜਾ ਗੱਲ ਕਰਦੇ ਪਏ ਸੀਗੇ ਬੇਟਾ ਆਪਾਂ वेरिएशन ऑफ प्रेशर विद डेप्थ ਇਹਦਾ ਹੀ ਆਪਾਂ ਜੇ ਦੂਜਾ ਨਾਮ ਰੱਖ ਦਈਏ ਤੈਨੂੰ ਅਸੀਂ ਨਾਮ ਦਿੰਦੇ ਪਾਸਕਲ लॉ अंडर इफेक्ट ऑफ ग्रेविटी। क्या इना वर्ड क्लियर है पहलो? यस सर। यस सर। ਹੁਣ ਥੋੜਾ ਚੁਸਤ ਹੋ ਕੇ ਬਹਿ ਜਾਓ ਤੇ ਮੈਨੂੰ ਰਿਸਪੌਂਡ ਨਾਲੋਂ ਨਾਲ ਕਰੋਗੇ। ਪਾਸਕਲ ਲॉ ਵਿਦ ਇਫੈਕਟ ਆਫ ਗ੍ਰੈਵਿਟੀ ਚ ਕੱਲ ਆਪਾਂ ਇੰਨਾ ਕੀਤਾ ਸੀਗਾ ਕਿ ਜੇਕਰ ਕਿਸੇ ਕਹਿੰਦਾ ਜੀ ਸਿਲੈਂਡਰੀਕਲ ਮੰਨ ਲਓ ਰੀਜਨ ਦੇ ਅੰਦਰ ਆਪਾਂ ਡਿਫਾਈਨ ਕਰਦੇ ਸੀਗੇ ਕਿ ਜੇਕਰ ਮੇਰੇ ਕੋਲ ਕੋਈ ਬਾਡੀ ਜਿਹੜੀ ਆ ਕੋਈ ਆਪਾਂ ਅਸਿਊਮ ਕੀਤਾ ਸੀਗਾ ਕਿ ਆਪਣੇ ਕੋਲ ਇੱਕ ਸਿਲੈਂਡਰੀਕਲ ਬਾਡੀ ਗਿਵਨ ਆ ਜਿਹਨੂੰ ਤੁਸੀਂ ਐਸਐਚ ਲਿਕੁਇਡ ਦੇ ਅੰਦਰ ਇਮਰਸ ਕੀਤਾ ਹੋਇਆ ਤੇ ਲਿਕੁਇਡ ਚ ਜਦੋਂ ਬਾਡੀ ਇਮਰਸ ਕੀਤੀ ਆ ਤੇ ਇਹਦੇ ਬਾਟਮ ਐਂਡ ਤੇ ਜਿਹੜਾ ਪ੍ਰੈਸ਼ਰ ਆ ਤੇ ਜਿਹੜੇ ਦਾ ਟਾਪ ਐਂਡ ਤੇ ਪ੍ਰੈਸ਼ਰ ਆ, ਠੀਕ ਹੈ ਜੀ। ਇਹਨਾਂ ਦੋਨਾਂ ਪੁਆਇੰਟਸ ਦੇ ਵਿੱਚ ਜਿਹੜਾ ਪ੍ਰੈਸ਼ਰ ਦਾ ਡਿਫਰੈਂਸ ਆ ਜਿਹੜਾ ਆ ਦੋ ਪੁਆਇੰਟ ਚ ਪ੍ਰੈਸ਼ਰ ਦਾ ਡਿਫਰੈਂਸ ਆ ਲਾਸਟ ਆਪਣੇ ਕੋਲ ਇਹ ਆਇਆ ਸੀ P2 P1 = H rho g ਤੇ ਆਪਾਂ ਡਿਫਾਈਨਰ ਦੇ ਅੰਦਰ ਇਹਨਾਂ ਕਰ ਰਹੇ ਸੀਗੇ ਕਿ ਵੀ ਜੇਕਰ ਐਸਐਚ ਦੇ ਟਾਪ ਐਂਡ ਤੇ ਬਾਟਮ ਐਂਡ ਚ ਕਵਾਂ ਆਈ ਕਹਿੰਦੇ ਜੀ ਜਿੰਨੀਆਂ ਉਹ ਹਾਈਟ ਦਾ ਡਿਫਰੈਂਸ ਵਧਦਾ ਜਾਏਗਾ ਉਨਾ ਹੀ ਇਹਨਾਂ ਦੋ ਐਂਡ ਦੇ ਵਿੱਚ ਪ੍ਰੈਸ਼ਰ ਦਾ ਡਿਫਰੈਂਸ ਜ਼ਿਆਦਾ ਆ ਜੂ। ਯਾਨੀ ਜੇ ਆ 10 ਮੀਟਰ ਬਿਲੋ ਦਾ ਸੀ ਲੈਵਲ ਪੁਆਇੰਟ ਆ ਤੇ ਆ 20 ਮੀਟਰ ਬਿਲੋ ਦਾ ਸੀ ਲੈਵਲ ਪੁਆਇੰਟ ਆ ਤੇ ਇਟਸ 20 ਮੀਟਰ ਬਿਲੋ ਦਾ ਸੀ ਲੈਵਲ ਪੁਆਇੰਟ ਤੇ ਪ੍ਰੈਸ਼ਰ ਦੀ ਅਮਾਉਂਟ ਜ਼ਿਆਦਾ ਹੋਏਗੀ ਐਸ ਕੰਪੇਅਰ ਟੂ ਕਹਿੰਦਾ ਜੀ 10 ਮੀਟਰ। ਕਿਉਂ? ਕਿਉਂਕਿ ਅਸੀਂ ਇਸ ਸਿਲੈਂਡਰੀਕਲ ਕਾਲਮ ਦਾ ਜਿੰਨਾ weight ਹੈਗਾ ਵਾ ਮਤਲਬ ਆ ਪੋਰਸ਼ਨ ਦੇ ਅੰਦਰ ਜਿੰਨਾ ਲਿਕੁਇਡ ਆ ਇਹਦਾ ਜਿੰਨਾ weight ਹੋਏਗਾ ਅਸੀਂ ਉਹਨੂੰ ਐਸਐਚ ਨਾਲ ਕੰਸੀਡਰ ਕਰਦੇ ਪਏ ਆ। ਇਹਨੂੰ ਅਸੀਂ ਨਾਮ ਦਿੰਦੇ ਗ੍ਰੈਵਿਟੀ ਇਫੈਕਟ ਇਜ਼ ਟੂ ਬੀ ਕੰਸੀਡਰਡ। ਤੇ ਜੇ ਗ੍ਰੈਵਿਟੀ ਇਫੈਕਟ ਕੰਸੀਡਰ ਕਰਕੇ ਆਪਾਂ ਬਾਟਮ ਐਂਡ ਤੇ ਟੋਟਲ ਪ੍ਰੈਸ਼ਰ ਕੱਢੀਏ ਤਾਂ ਅਸੀਂ ਕਹਿੰਦੇ ਜੀ ਜਿੰਨਾ ਪ੍ਰੈਸ਼ਰ ਟਾਪ ਐਂਡ ਤੇ ਹੋਏਗਾ ਯਾਨੀ ਸੀ ਪੁਆਇੰਟ ਤੇ ਹੋਏਗਾ ਜਿੰਨਾ ਪ੍ਰੈਸ਼ਰ ਪਲੱਸ H rho g ਕਰਕੇ ਜਿੰਨਾ ਪ੍ਰੈਸ਼ਰ ਬਣੇਗਾ ਇੰਨਾ ਟੋਟਲ ਪ੍ਰੈਸ਼ਰ ਜਿਹੜਾ ਵਾ ਉਹ ਇਸ ਕਹਿੰਦਾ ਜੀ ਮੂਵਮੈਂਟ ਤੇ ਆ ਡੀ ਪੁਆਇੰਟ ਦੇ ਉੱਤੇ ਮੇਰੇ ਕੋਲ ਐਕਟ ਕਰੇਗਾ। क्या इतनी गल क्लियर है? यस सर। यस सर। यस सर। यस सर। ਇਹਦੇ ਵਿੱਚ ਹੀ ਆਪਾਂ ਕੇਸ ਇਹ ਬਣਾਉਣ ਲੱਗੇ ਜੇ ਮੈਂ ਇਸ ਸਿਲੈਂਡਰੀਕਲ ਬਾਡੀ ਨੂੰ ਇਹ ਤੋਂ ਸ਼ਿਫਟ ਕਰਕੇ ਕਹਿੰਦਾ ਜੀ ਲਿਕੁਇਡ ਦੀ ਸਰਫੇਸ ਤੇ ਲੈ ਆਵਾਂ ਉਸ ਮੂਵਮੈਂਟ ਤੇ ਇਸ ਪੋਜੀਸ਼ਨ ਤੇ ਜਦੋਂ ਬਾਡੀ ਮੇਰੀ ਆ ਗਈ ਤੇ ਇਸ ਥਾਂ ਤੇ ਜਿਹੜਾ ਪ੍ਰੈਸ਼ਰ ਹੋਏਗਾ ਉਹ ਕਹਿੰਦਾ ਜੀ ਇਸ ਤੋਂ ਉੱਪਰ ਜਿਹੜਾ ਪ੍ਰੈਸ਼ਰ ਆ ਉਹ ਐਟਮੋਸਫੈਰਿਕ ਪ੍ਰੈਸ਼ਰ ਆ ਇਸ ਤੋਂ ਬਾਅਦ ਜਿਹੜਾ ਆ h ਮੀਟਰ ਡੈਪਥ ਦਾ ਪ੍ਰੈਸ਼ਰ ਇੱਥੇ ਆ ਜਾਏਗਾ। ਇਹਦਾ ਮਤਲਬ ਇਹ ਹੋ ਗਿਆ ਕਿ ਜੇ ਆਪਾਂ ਆ ਡਿਫਾਈਨ ਕਰੀਏ ਕਿ if P1 = PA ਠੀਕ ਹੈ P1 ਆਪਾਂ ਕਹਿੰਦੇ ਪਏ ਕਿ ਜਿਹੜਾ C ਪੁਆਇੰਟ ਤੇ ਪ੍ਰੈਸ਼ਰ ਹੈਗਾ ਤੇ ਜੇ ਇਸ ਸਿਲੈਂਡਰੀਕਲ ਬਾਡੀ ਨੂੰ ਮੈਂ ਲਿਕੁਇਡ ਦੀ ਇਸ ਸਰਫੇਸ ਤੇ ਲੈ ਜਾਵਾਂ ਜਿਸ ਤੋਂ ਉੱਪਰ ਲਿਕੁਇਡ ਦਾ ਪ੍ਰੈਸ਼ਰ ਦਾ ਬੰਦਾ ਹੋਵੇ ਇਸ ਤੋਂ ਉੱਪਰ ਮੇਰੇ ਕੋਲ 에ਅਰ ਦਾ ਪ੍ਰੈਸ਼ਰ ਐਗਜ਼ਰਟ ਹੁੰਦਾ ਹੋਵੇ ਤੇ ਫਿਰ ਟੋਟਲ ਪ੍ਰੈਸ਼ਰ ਜਿਹੜਾ ਕੰਟੇਨਰ ਦੇ ਬਾਟਮ ਤੇ ਆਂਦਾ ਹੋਏਗਾ ਉਹਨੂੰ ਅਸੀਂ ਡਿਫਾਈਨ ਕਰੀਏ ਤੇ ਦੈਨ ਵੀ ਰਾਈਟ ਕਹਿੰਦਾ ਜੀ if P1 = ਐਟਮੋਸਫੈਰਿਕ ਪ੍ਰੈਸ਼ਰ ਤੇ देयरफॉर ਉਦੋਂ ਜਿਹੜਾ ਮੇਰੇ ਕੋਲ ਐਸਐਚ ਬਾਟਮ ਐਂਡ ਤੇ ਪ੍ਰੈਸ਼ਰ ਹੋਏਗਾ ਠੀਕ ਹੈ ਜੀ that is equal to ਐਟਮੋਸਫੈਰਿਕ ਪ੍ਰੈਸ਼ਰ ਪਲੱਸ H rho g ਠੀਕ ਹੈ। ਇਹ ਫਿਰ ਮੇਰੇ ਕੋਲ ਟੋਟਲ ਪ੍ਰੈਸ਼ਰ ਜਿਹੜਾ ਉਹ 에ਅਰ ਨੇ ਕਿੰਨਾ ਐਗਜ਼ਰਟ ਕੀਤਾ ਟੌਪ ਸਰਫੇਸ ਤੇ ਪਲੱਸ ਉਸ ਤੋਂ ਬਾਅਦ h ਮੀਟਰ ਡੈਪਥ ਦਾ ਕਿੰਨਾ ਪ੍ਰੈਸ਼ਰ ਇੰਨਾ ਮਿਲਾ ਕੇ ਟੋਟਲ ਪ੍ਰੈਸ਼ਰ ਜਿਹੜਾ ਵਾ ਉਹ ਮੇਰੇ ਕੋਲ ਇਸ ਕਹਿੰਦਾ ਜੀ ਡੀ ਪੁਆਇੰਟ ਦੇ ਉੱਤੇ ਐਕਟ ਕਰੇਗਾ। ਕੀ ਆ ਚੀਜ਼ ਕਲੀਅਰ ਆ? यस सर। ਤੇ ਜੇ ਮੈਂ ਹੁਣ ਟੋਟਲ ਪ੍ਰੈਸ਼ਰ ਦੇ ਵਿੱਚੋਂ ਐਟਮੋਸਫੈਰਿਕ ਪ੍ਰੈਸ਼ਰ ਮਾਈਨਸ ਕਰ ਲਵਾਂ ਤੇ ਜਿਹੜਾ ਮੇਰੇ ਕੋਲ ਐਸਐਚ ਪ੍ਰੈਸ਼ਰ ਦੀ ਵੈਲਿਊ ਆਂਦੀ ਪਈ ਇਹਨੂੰ ਅਸੀਂ ਨਾਮ ਦੇ ਦਿੰਦੇ ਕਿ ਦਿਸ ਪ੍ਰੈਸ਼ਰ ਇਜ਼ ਟੂ ਬੀ ਕਾਲਡ ਐਸ ਦਾ ਗੇਜ ਪ੍ਰੈਸ਼ਰ। ਕਈ ਵਾਰੀ ਨੂਮੈਰੀਕਲ ਚ ਉਹਨੇ ਵਰਡ ਯੂਜ਼ ਕਰਨਾ ਕਿ ਗੇਜ ਪ੍ਰੈਸ਼ਰ ਕੈਲਕੂਲੇਟ ਕਰੋ ਹੈ ਨਾ ਤੇ ਗੇਜ ਪ੍ਰੈਸ਼ਰ ਬੇਸਿਕਲੀ ਸੀ ਕਿਹਨੂੰ ਕਹਿੰਦੇ ਪਏ ਜਿਹੜਾ h ਮੀਟਰ ਡੈਪਥ ਦਾ ਪ੍ਰੈਸ਼ਰ ਆ ਮਤਲਬ ਜਿਹੜਾ ਟੋਟਲ ਐਬਸੋਲੂਟ ਪ੍ਰੈਸ਼ਰ ਹੋਏਗਾ ਉਹਦੇ ਵਿੱਚੋਂ ਐਟਮੋਸਫੈਰਿਕ ਪ੍ਰੈਸ਼ਰ ਮਾਈਨਸ ਕਰਕੇ ਜਿਹੜਾ ਇਸ ਲਿਕੁਇਡ ਕਾਲਮ ਨੇ ਪ੍ਰੈਸ਼ਰ ਬਣਾਣਾ ਵਾ ਹੈ ਨਾ ਲਿਕੁਇਡ ਦਾ ਜਿਹੜਾ ਇੰਨਾ ਆ ਲੈਂਥ ਵਾਲਾ ਕਾਲਮ ਬਣਦਾ ਪਿਆ ਜਿਹੜਾ ਇਹ ਲਿਕੁਇਡ ਕਾਲਮ ਪ੍ਰੈਸ਼ਰ ਬਣਾਉਂਦਾ ਇਹਨੂੰ ਅਸੀਂ ਨਾਮ ਦੇ ਦਿੰਦੇ ਦਿਸ ਵਨ ਇਜ਼ ਟੂ ਬੀ ਕਾਲਡ ਐਸ ਦਾ ਗੇਜ ਪ੍ਰੈਸ਼ਰ। तो जो न्यूमेरिकल च मैंने गेज प्रेशर कड्ढन नूं कहेगा ते बेसिकली ਅਸੀਂ h rho g ਨਾਲ ਉਹਦਾ ਫਾਰਮੂਲਾ ਕੈਲਕੂਲੇਟ ਕਰਨਾ। ਕੀ ਆ ਸਮਝ ਲੱਗ ਰਿਹਾ ਜੀ? यस सर। ਚਲੋ ਹੁਣ ਆ
ਮੇਰੇ ਕੋਲ ਐਸ ਸੱਚ ਕਹਿੰਦਾ ਜੀ ਪਾਸਕਲ ਲਾ ਵਿਦ ਇਫੈਕਟ ਆਫ ਗ੍ਰੈਵਿਟੀ ਦੇ ਰਿਜ਼ਲਟ ਹੈਗੇ। ਹੁਣ ਜੇ ਪੁੱਤ ਆਪਾਂ ਇਹ ਤੋਂ ਅੱਗੇ ਕੰਟੀਨਿਊ ਕਰੀਏ, ਉਹ ਕਹਿੰਦਾ ਜੀ ਇਸ ਤੋਂ ਬਾਅਦ ਆਪਣੇ ਕੋਲ ਜਿਹੜਾ ਟੌਪਿਕ ਬਣ ਜਾਂਦਾ ਉਹਨੂੰ ਅਸੀਂ ਨਾਮ ਦਿੰਦੇ ਪਾਸਕਲ ਲਾ ਵਿਦਆਊਟ ਇਫੈਕਟ ਆਫ ਗ੍ਰੈਵਿਟੀ। ਤੇ ਪਾਸਕਲ ਲਾ ਵਿਦਆਊਟ ਇਫੈਕਟ ਆਫ ਗ੍ਰੈਵਿਟੀ ਜਿਹੜਾ ਵਾ ਉਹਦੀ ਸਟੇਟਮੈਂਟ ਡਿਫਾਈਨ ਕੀ ਕਰਦੀ ਉਹ ਸਮਝਿਓ। ਫਿਰ ਪਾਸਕਲ ਲਾ ਬਟ ਨਾਲ ਉਹਦੇ ਕੰਡੀਸ਼ਨ ਲਗਾ ਰਹੇ ਆਪਾਂ ਵਿਦਆਊਟ ਇਫੈਕਟ ਆਫ ਗ੍ਰੈਵਿਟੀ। ਇਹ ਚ ਬੱਚੇ ਅਸੀਂ ਡਿਫਾਈਨ ਹੀ ਕਰਦੇ ਪਏ ਕਿ ਵੀ ਜੇ ਮੇਰੇ ਕੋਲ ਐਸ ਸੱਚ ਕਹਿੰਦਾ ਜੀ ਅਸੀਂ ਪ੍ਰੈਸ਼ਰ ਕਹੀਏ ਕਿ ਇਕੁਅਲ ਕਿੱਥੇ ਹੋਏਗਾ ਇਸ ਕੰਟੇਨਰ ਦੇ ਅੰਦਰ, ਤੇ ਉਹਦੇ ਲਈ ਕੰਡੀਸ਼ਨ ਇਹ ਲਗਾ ਸਕਦੇ ਹਾਂ ਕਿ ਵੀ ਜੇ H0 ਹੋ ਜਾਵੇ, ਜੇ H0 ਹੋ ਜਾਵੇ ਮਤਲਬ ਆ ਹੋ ਗਿਆ ਕਿ ਸਿਲੰਡਰ ਮੈਂ ਇਦਾਂ ਨਾ ਰੱਖ ਕੇ ਸਿਲੈਂਡਰੀਕਲ ਬੋਡੀ ਨੂੰ ਜੇ ਮੈਂ ਹੌਰੀਜ਼ੌਂਟਲ ਰੱਖ ਲਵਾਂ, यानी C और D मेरे दोनों सेम लेवल दे पॉइंट आ जाए। जे C और D दोनों मेरे सेम लेवल दे पॉइंट आ ते फिर उन्हां दोनों पॉइंटां ते प्रेशर दी अमाउंट भी सेम आएगी, है ना। ਇਹਦਾ ਮਤਲਬ ਇੱਕੋ ਹੀ ਕੰਡੀਸ਼ਨ ਆ ਸਾਡੇ ਕੋਲ ਜਦੋਂ ਅਸੀਂ ਕਹਿੰਦੇ ਜੀ ਉਹ ਪ੍ਰੈਸ਼ਰ ਸੇਮ ਸ਼ੋ ਆਫ ਕਰਦਾ, ਔਰ ਉਹ ਕੰਡੀਸ਼ਨ ਇਹ ਹੋਏਗੀ ਕਿ ਇਫ ਦ ਪੁਆਇੰਟ C ਐਂਡ D ਦੇ ਲਾਈ ਐਟ ਦ ਸੇਮ ਪੁਆਇੰਟ। ਠੀਕ ਹੈ, ਇਹ ਤਾਂ ਹੈਗਾ ਵਿਦ ਇਫੈਕਟ ਆਫ ਗ੍ਰੈਵਿਟੀ ਨਾ, पर विदाउट इफेक्ट ऑफ ग्रेविटी वाले पास्कल लॉ दे अंदर असी की कहने कहना जी इफ यू विल प्रोड्यूस अ प्रेशर एट वन पॉइंट इनसाइड द लिक्विड which is in equilibrium of rest, ठीक है, then same pressure is transmitted equally in all the direction as well as on the wall of the container provided gravity effect is to be neglected। जो मैं बोलिया जे मैं रिपीट करा तो ये कहना चाह रहा वो कहता कि जे असी लिक्विड दे किसी भी पॉइंट दे उत्ते लिक्विड दे अंदर किसी भी पॉइंट दे उत्ते मैं प्रेशर जेड़ा मेजर करा, ठीक है, उत्ते प्रेशर मैं डेवलप करा ते जेड़ा प्रेशर उस पॉइंट ते मैं बिल्टअप करांगा उन्ना ही प्रेशर पूरे दे पूरे लिक्विड दे हर पॉइंट दे उत्ते इक्वली ट्रांसमिट होएगा। ठीक है, और लिक्विड दी कंडीशन है कि लिक्विड मेरा इक्विलिब्रियम दी कंडीशन मेंटेन करदा होवे ते उस मोमेंट ते कंटेनर दे अंदर हर पॉइंट ते एज वेल एज कहना जी कंटेनर दियां वॉल्स दे उत्ते हर पॉइंट दे उत्ते प्रेशर इक्वल ट्रांसमिट होएगा। ठीक है, प्रोवाइडेड ग्रेविटी इफेक्ट इज नेगलेक्टेड। मतलब ओदा ये ਆਪਾਂ ਇਦਾਂ ਲੈ ਲੈਂਦੇ ਕਿ ਜੇ ਆ ਮੰਨ ਲਓ ਮੇਰੇ ਕੋਲ ਕੋਈ ਕੰਟੇਨਰ ਆ, ਜੇ ਆ ਮੇਰੇ ਕੋਲ ਕਿਸੇ ਕੰਟੇਨਰ ਦੇ ਅੰਦਰ ਅਸੀਂ ਡਿਫਾਈਨ ਕਰਦੇ ਕਿ ਵੀ ਮੇਰੇ ਕੋਲ ਕੋਈ ਆ ਮੰਨ ਲਓ ਕਿ ਐਸਐਚ ਸਿਲੈਂਡਰੀਕਲ ਬੋਡੀ ਪਈ ਆ, ठीक है, शेप कोई भी डिफाइन कर दिए, वो कहता इस वेले इस बॉडी दे नाल नाल मेरे को लिक्विड जेड़ा हैगा वो इक्विलिब्रियम च ते पुੱਤ ਆਪਾਂ ਇਹ ਕਿਹਾ ਸੀਗਾ ਜਦੋਂ ਬॉडी इक्विलिब्रियम ਦੀ ਕੰਡੀਸ਼ਨ ਚ ਹੈਗੀ ਆ ਤੇ ਇਹਦਾ ਮਤਲਬ ਇਹ ਹੋਏਗਾ ਕਿ ਉਸ ਇਨਸਟੈਂਟ ਤੇ ਨੈਟ ਫੋਰਸ ਸਿਸਟਮ ਦੀ ਜ਼ੀਰੋ ਆ। ਠੀਕ ਹੈ, ਤੇ ਉਹਦੇ ਵਾਸਤੇ ਅੱਗੇ ਆਪਾਂ ਵਰਡ ਇਹ ਦਿੱਤੇ ਸੀਗੇ ਕਿ ਜੇ ਫੋਰਸਿਸ ਉਸ ਮੂਵਮੈਂਟ ਤੇ ਬॉडी ਤੇ ਕੋਈ ਲਾਈ ਕਰਦੀਆਂ ਪਈਆਂ ਤੇ these forces must be lies perpendicular to the surface of the कहना जी container। यानी इस बॉडी दे फोर्सेस जे इथे कोई लाई करनगियां, जे लिक्विड दे मॉलिक्यूल इथे कोई फोर्सेस लाई करा रहे आ ते ओ फोर्सेस मेरे को इस सरफेस दे उत्ते इस वे ना एक्ट करनगियां। ठीक है, कि भी दे शुड कैंसल द इफेक्ट ऑफ वन अनदर, यानी वो फोर्सेस एक दूसरे दा इफेक्ट कैंसल आउट करन ताकि सिस्टम दी नेट फोर्स जेडी आ वो मेरी जीरो हो जाए। क्या इन्नी गल समझ लगी जी? बेटे पास्कल लॉ विदाउट इफेक्ट ऑफ ग्रेविटी वाली क्या स्टेटमेंट समझ लगी जो बोली मैं? Yes, sir. Yes, sir. Yes, sir. चलो ਅਸੀਂ डिफाइन नहीं करते पे, मैं ਉਹਦੀ स्टेटमेंट एक बार फिर रिपीट कर रहा अकॉर्डिंग टू द पास्कल लॉ। ठीक है, इफ प्रेशर इज कहना जी प्रोड्यूस्ड समवेयर इनसाइड द लिक्विड, ठीक है, तो देन लिक्विड इज इन इक्विलिब्रियम ऑफ रेस्ट, then pressure is transmitted equally in all the direction as well as on the कहना जी wall of container equally provided we neglect the effect of gravity। इफेक्ट ऑफ ग्रेविटी ਦਾ ਮਤਲਬ ਇਹ ਹੋਏਗਾ ਕਿ ਜੇ ਮੈਂ ਇਸ ਮੂਵਮੈਂਟ ਤੇ ਆ ਲੈ ਕੇ ਚੱਲਾ ਕਿ ਇਸ ਬੋਡੀ ਦੇ ਉੱਤੇ ਮੇਰੇ ਕੋਲ ਜਿਹੜੀਆਂ ਡਿਫਰੈਂਟ ਫੋਰਸਸ ਲਿਕੁਇਡ ਮੋਲੀਕਿਊਲ ਲਗਾ ਰਹੇ ਆ, पर जे मेरी बॉडी इक्विलिब्रियम चा ते ये सारियां फोर्सेस एक दूजे ना कैंसल होंदियां पईयां।
ਇਹਦਾ ਮਤਲਬ ਜਿੰਨਾ ਪ੍ਰੈਸ਼ਰ ਆ P1 ਮੇਰੇ ਕੋਲ ਇਸ C ਵਾਲੇ ਪੁਆਇੰਟ ਤੇ ਐਕਟ ਹੋਏਗਾ ਲਿਕੁਇਡ ਦੇ, ਹਨਾ। ਪ੍ਰੈਸ਼ਰ ਇਸ ਲਈ ਕਹਿ ਰਹੇ ਹਾਂ ਕਿਉਂਕਿ ਪ੍ਰੈਸ਼ਰ ਇਕੁਅਲ ਟੂ ਫੋਰਸ ਬਾਈ ਏਰੀਆ। ਏਰੀਆ ਆਫ ਕ੍ਰਾਸ ਸੈਕਸ਼ਨ ਹਰ ਥਾਂ ਤੇ ਅਸੀਂ ਮੰਨਦੇ ਪਏ ਸੇਮ ਹੋਵੇ, ਤੇ ਫਿਰ ਉਹਦੇ ਅਕੋਰਡਿੰਗਲੀ ਜਿਹੜੀਆਂ ਫੋਰਸਸ ਇਸ ਥਾਂ ਤੇ ਅਲਾਈ ਕਰਨੀਆਂ ਉਹ ਵੀ ਮੇਰੇ ਕੋਲ ਇਕੁਅਲ ਆ। ਤੇ ਯਾਨੀ ਆਪਾਂ ਇਹ ਕਹਿ ਰਹੇ ਕਿ ਐਜ਼ ਲਿਕੁਇਡ ਇਜ਼ ਇਨ ਇਕੁਇਲਿਬ੍ਰੀਅਮ, ਐਜ਼ ਲਿਕੁਇਡ ਇਜ਼ ਇਨ ਇਕੁਇਲਿਬ੍ਰੀਅਮ, ਜੇ ਮੇਰਾ ਲਿਕੁਇਡ ਇਕੁਇਲਿਬ੍ਰੀਅਮ ਚ ਆ ਤੇ therefore force at C and force at D that should be equal. Yes, sir. ਤੇ ਜੇ ਫੋਰਸਸ ਮੇਰੀਆਂ ਇਕੁਅਲ ਆ ਤੇ ਫੋਰਸ ਨੂੰ ਅਸੀਂ ਪ੍ਰੈਸ਼ਰ ਦੀ ਫਾਰਮ ਚ ਲਿਖ ਦਈਏ ਤੇ ਵੀ ਕੈਨ ਰਾਈਟ ਕਹਿੰਦਾ ਜੀ P1A equal to P2A, ਏਰੀਆ ਆਫ ਕ੍ਰਾਸ ਸੈਕਸ਼ਨ ਕੈਨਸਲ ਆਊਟ ਹੋ ਜਾਏਗਾ ਤੇ ਇਹਦਾ ਮਤਲਬ ਇਹ ਹੋ ਗਿਆ P1 should be equal to P2। ਪਰ ਇਸ ਚੀਜ਼ ਨੂੰ ਡਿਵੈਲਪ ਕਰਨ ਲੱਗੇ ਅਸੀਂ ਇਸ ਲਿਕੁਇਡ ਕਾਲਮ ਦਾ ਜਿਹੜਾ weight ਹੈਗਾ ਉਹ ਕਿਤੇ ਨਹੀਂ ਗਿਣਦੇ ਪਏ। ਇਹਦਾ ਮਤਲਬ ਜੇ ਮੈਂ ਇਹਦੇ weight ਨੂੰ ਨੈਗਲੈਕਟ ਕਰ ਸਕਾਂ, ਯਾਨੀ ਗ੍ਰੈਵਿਟੀ ਇਫੈਕਟ ਨੂੰ ਨੈਗਲੈਕਟ ਕਰ ਸਕਾਂ, ਉਦੋਂ ਅਸੀਂ ਇਹ ਕਹਿ ਰਹੇ ਕਿ C ਔਰ D, C ਮੇਰੇ ਕੋਲ ਜਿਹੜਾ ਲੈਵਲ ਹੋਏਗਾ ਤੇ ਲਿਕੁਇਡ ਦਾ ਜਿਹੜਾ D ਲੈਵਲ ਆ ਇਹ ਦੋਨੋਂ ਡਿਫਰੈਂਟ ਲੈਵਲ ਤੇ ਹੈ। ਇਵਨ ਦੈਨ ਕਹਿੰਦਾ ਜੀ ਅਸੀਂ ਇਹ ਕੰਸੀਡਰ ਕਰਦੇ ਜੇ weight ਨਾ ਕੰਸੀਡਰ ਕਰਾ ਤੇ ਇਸ C ਲੈਵਲ ਤੇ ਜਿਹੜਾ ਲਿਕੁਇਡ ਦਾ ਪ੍ਰੈਸ਼ਰ ਆ, ਠੀਕ ਹੈ ਜੀ, C ਲੈਵਲ ਤੇ ਜਿਹੜਾ C ਇਹਨੂੰ ਕਹਿ ਰਿਹਾ ਬੇਟਾ C ਐਸ ਸੱਚ ਨਹੀਂ ਵਰਡ ਲੈ ਰਿਹਾ, ਆ C ਪੁਆਇੰਟ ਤੇ ਜਿਹੜਾ ਮੇਰੇ ਕੋਲ ਲਿਕੁਇਡ ਦਾ ਪ੍ਰੈਸ਼ਰ ਆ ਤੇ ਜਿਹੜਾ D ਪੁਆਇੰਟ ਤੇ ਲਿਕੁਇਡ ਦਾ ਪ੍ਰੈਸ਼ਰ ਆ, ਕਹਿੰਦਾ ਜੀ ਇਹ ਮੇਰੇ ਕੋਲ ਇਕੁਅਲ ਹੋਏਗਾ ਪ੍ਰੋਵਾਈਡਡ, ਬਾਰ-ਬਾਰ ਕਹਿ ਰਿਹਾ ਕਿ ਗ੍ਰੈਵਿਟੀ ਇਫੈਕਟ ਨੂੰ ਜੇ ਅਸੀਂ ਨੈਗਲੈਕਟ ਕਰੀਏ ਤੇ ਉਦੋਂ ਅਸੀਂ ਕਹਿੰਦੇ ਜਿੰਨਾ ਪ੍ਰੈਸ਼ਰ ਲਿਕੁਇਡ ਨੇ C ਪੁਆਇੰਟ ਤੇ ਬਣਾਇਆ ਵਾ ਉਨਾ ਹੀ ਪ੍ਰੈਸ਼ਰ ਉਹਨੇ ਇਸ D ਪੁਆਇੰਟ ਤੇ ਵੀ ਕਹਿੰਦਾ ਜੀ ਕ੍ਰੀਏਟ ਕੀਤਾ, ਉਨਾ ਹੀ ਪ੍ਰੈਸ਼ਰ ਮੇਰੇ ਕੋਲ ਇੱਥੇ ਕਿਸੇ E ਪੁਆਇੰਟ ਤੇ ਆ ਜਾਊ, ਉਨਾ ਹੀ ਪ੍ਰੈਸ਼ਰ ਮੇਰੇ ਕੋਲ ਵਾਲ ਆਫ ਕੰਟੇਨਰ ਦੇ ਉੱਤੇ ਵੀ ਐਕਟ ਕਰੇਗਾ। क्या इतनी गल समझ लग रही? Yes, sir. क्या बाकी Yes, sir. क्लियर आ? Yes, sir. Yes, sir. ਹੁਣ ਇਸੇ ਚੀਜ਼ ਦਾ ਐਕਸਪੈਰੀਮੈਂਟਲ ਪ੍ਰੂਫ ਤੇ ਇਹਦੀਆਂ ਦੋ ਐਪਲੀਕੇਸ਼ਨ ਆਪਣੇ ਕੋਲ ਆਣੀਆਂ, ਮੇਨ ਡਾਇਗਰਾਮ ਨਾਲ ਐਕਸਪਲੇਨ ਹੋਣੀਆਂ, ਮੈਥਮੈਟੀਕਲ ਹੋਣਾ ਚ ਵੀ ਕੁਝ ਨਹੀਂ ਆ, ਠੀਕ ਹੈ। ਇਹਦਾ ਐਕਸਪੈਰੀਮੈਂਟਲ ਪ੍ਰੂਫ ਉਹਨੇ ਦਿੱਤਾ ਹੈ ਤੁਹਾਡੇ ਕੋਲ, ਐਕਸਪੈਰੀਮੈਂਟਲ ਪ੍ਰੂਫ ਆਫ ਪਾਸਕਲ ਲਾਅ। ਇਹ ਅਸੀਂ ਡਿਫਾਈਨ ਨਹੀਂ ਕਰਦੇ ਕਿ ਜੇ ਮੰਨ ਲਓ ਮੇਰੇ ਕੋਲ ਐਸਾ ਇੱਕ ਕਹਿੰਦਾ ਜੀ ਸਫੈਰਿਕਲ ਵੈਸਲ ਆ, ਕੋਈ ਸਫੈਰਿਕਲ ਸ਼ੇਪ ਦੇ ਅੰਦਰ ਮੇਰੇ ਕੋਲ ਕੋਈ ਇੱਕ ਵੈਸਲ ਗਿਵਨ ਆ ਔਰ ਸਫੈਰਿਕਲ ਵੈਸਲ ਦੇ ਅੰਦਰ ਅਸੀਂ ਡਿਫਾਈਨ ਕਰਦੇ ਕਿ ਵੀ ਮੇਰੇ ਕੋਲ ਇੱਥੇ ਐਸਾ ਕਹਿੰਦਾ ਜੀ ਡਿਫਰੈਂਟ ਕ੍ਰਾਸ ਸੈਕਸ਼ਨ ਵਾਲੇ ਇੱਥੇ ਮੇਰੇ ਕੋਲ ਜਿਹੜੇ ਏਰੀਆਜ਼ ਅਸੀਂ ਬਿਲਟ ਅਪ ਕੀਤੇ ਹੋਏ ਆ, ਹਾਂਜੀ ਡਾਇਗਰਾਮ ਜਿਹੜੀ ਬਣਾ ਰਿਹਾ ਬੇਟਾ ਇਹਦੇ ਅੰਦਰ ਅਸੀਂ ਡਿਫਾਈਨ ਹੀ ਕਰਦੇ ਪਏ ਕਿ ਸਾਡੇ ਕੋਲ ਇੱਕ ਸਫੈਰਿਕਲ ਵੈਸਲ ਆ ਔਰ ਇਸ ਸਫੈਰਿਕਲ ਵੈਸਲ ਦੇ ਅੰਦਰ ਮੇਰੇ ਕੋਲ ਡਿਫਰੈਂਟ ਕ੍ਰਾਸ ਸੈਕਸ਼ਨਲ ਏਰੀਆ ਵਾਲੇ, ਠੀਕ ਹੈ, ਜਿਵੇਂ ਕੋਲ ਐਸਐਚ ਅਸੀਂ ਇਸ ਤਰ੍ਹਾਂ ਦੇ ਪਿਸਟਨ ਫਿਟ ਅਪ ਕੀਤੇ ਹੋਏ ਆ। ਇੱਥੇ ਜਿਹੜਾ ਪਿਸਟਨ ਦਾ ਏਰੀਆ ਆਫ ਕ੍ਰਾਸ ਸੈਕਸ਼ਨ ਆ ਇਹ ਮੰਨ ਲਓ A ਗਿਵਨ ਆ, ਇੱਥੇ ਜਿਹੜਾ ਪਿਸਟਨ ਦਾ ਏਰੀਆ ਆਫ ਕ੍ਰਾਸ ਸੈਕਸ਼ਨ ਆ ਇਹ 2A, ਇਸ ਤੋਂ ਡਬਲ ਹੋ ਗਿਆ। ਇੱਥੇ ਜਿਹੜਾ ਏਰੀਆ ਆਫ ਕ੍ਰਾਸ ਸੈਕਸ਼ਨ ਆ ਇਹ ਐਸਐਚ ਦੇ ਨਾਲੋਂ ਹਾਫ ਹੋ ਗਿਆ, ठीक है जी। इतने ਜਿਹੜਾ ਏਰੀਆ ਆਫ ਕ੍ਰਾਸ ਸੈਕਸ਼ਨ ਆ ਇਹ ਮੇਰੇ ਕੋਲ ਮੰਨ ਲਓ ਐਸਐਚ ਕਹਿੰਦਾ ਜੀ ਇਸ ਏਰੀਆ ਨਾਲੋਂ 3 ਟਾਈਮ ਹੋ ਗਿਆ। क्या इन्हीं गल क्लियर? Yes. Yes, sir. Yes, sir. ਉਹਨੇ ਆਪਾਂ ਨੂੰ ਇਹ ਕਿਹਾ ਬੇਟਾ ਕਿ ਵੀ ਜੇ ਐਸਐਚ ਪਾਸਕਲ ਲਾਅ ਦੇ ਅਕੋਰਡਿੰਗਲੀ ਸੀ ਇਹਨੂੰ ਕੈਲਕੂਲੇਟ ਕਰਨਾ ਕਿ ਵੀ ਇਹਨਾਂ ਪੋਜੀਸ਼ਨਸ ਤੇ ਕਿੰਨਾ ਪ੍ਰੈਸ਼ਰ ਬਿਲਟ ਅਪ ਹੋਏਗਾ, ਕਦੋਂ। ਉਹ ਕਹਿੰਦਾ ਜੀ when you push this piston, ठीक है, when you push the piston A in inward direction, ਜਿਵੇਂ A ਪੁਆਇੰਟ ਦੇ ਉੱਤੇ ਇਸ ਪਿਸਟਨ ਜਿਹਦਾ ਏਰੀਆ ਆਫ ਕ੍ਰਾਸ ਸੈਕਸ਼ਨ A ਹੈਗਾ, ਜਿਵੇਂ ਇਸ ਪਿਸਟਨ ਦੇ ਉੱਤੇ F ਫੋਰਸ ਅਪਲਾਈ ਕਰ, ਹਨਾ, F ਫੋਰਸ ਲਗਾਈ ਆ ਏਰੀਆ ਆਫ ਕ੍ਰਾਸ ਸੈਕਸ਼ਨ A ਦੇ ਉੱਤੇ, ਉਹ ਕਹਿੰਦਾ ਜੀ ਇਸ ਥਾਂ ਤੇ ਇਹਦਾ ਮਤਲਬ ਆ ਮੈਂ ਲਿਕੁਇਡ ਦਾ ਕੁਝ ਪ੍ਰੈਸ਼ਰ ਬਿਲਟ ਅਪ ਕਰ ਰਿਹਾ ਤੇ ਜੇ ਮੈਂ ਇਸ ਪੁਆਇੰਟ ਤੇ ਪ੍ਰੈਸ਼ਰ ਮੇਜਰ ਕਰਾਂ ਤੇ ਇੱਥੇ ਜਿਹੜਾ ਪ੍ਰੈਸ਼ਰ ਬਿਲਟ ਅਪ ਕੀਤਾ ਉਹ ਫੋਰਸ ਬਾਈ ਏਰੀਆ ਦੇ ਇਕੁਅਲ ਜਿਹੜਾ
P ਦੇ ਬਰਾਬਰ ਪ੍ਰੈਸ਼ਰ ਲਗਾ ਰਿਹਾ? Yes. Yes, sir. ਜੇ ਇਸ ਪੁਆਇੰਟ ਦੇ ਉੱਤੇ ਤੁਸੀਂ P = F/A ਦੇ ਬਰਾਬਰ ਲਿਕੁਇਡ ਨੂੰ ਪੁਸ਼ ਕਰਨ ਵਾਸਤੇ ਪ੍ਰੈਸ਼ਰ ਲਗਾ ਰਹੇ ਹੋ, ਉਹ ਕਹਿੰਦਾ ਟੂ ਕੀਪ ਦਾ ਅਦਰ ਪਿਸਟਨ ਇੰਟੈਕਟ ਐਟ ਦਾ ਸੇਮ ਪੁਆਇੰਟ। ਮਤਲਬ ਜੇ ਮੈਂ ਬਾਕੀ ਦੇ ਪਿਸਟਨ ਜਿਹੜੇ ਆ ਹਨਾ ਉਹ ਐਸਚ ਇਸ ਥਾਂ ਤੋਂ ਨਹੀਂ ਹਿੱਲਣ ਦੇਣੇ, ਕਿਉਂਕਿ ਹੋਏਗਾ ਕਿ ਜਦੋਂ ਮੈਂ ਇੱਥੇ ਪ੍ਰੈਸ਼ਰ ਬਿਲਟ ਅਪ ਕਰੂੰਗਾ ਤੇ ਆ ਪਿਸਟਨ B, ਪਿਸਟਨ D, ਪਿਸਟਨ C ਇਹ ਸਾਰੇ ਕੀ ਕਰਨੇ ਆ? ਉਹ ਹੈਗੇ ਹੋ। ਜੇ ਮੈਂ ਆ ਪਿਸਟਨ ਨੂੰ ਐਸਚ ਡਾਊਨਵਰਡ ਮੂਵ ਕਰਾਂਗਾ ਤੇ ਇਸ ਥਾਂ ਤੇ ਲਿਕੁਇਡ ਦੇ ਅੰਦਰ ਪ੍ਰੈਸ਼ਰ ਬਿਲਟ ਅਪ ਹੋਏਗਾ। Yes, sir. ਤੇ Yes, ਜੇ sir. ਇਸ ਥਾਂ ਤੇ ਪ੍ਰੈਸ਼ਰ ਬਿਲਟ ਅਪ ਹੁੰਦਾ ਪਿਆ ਤੇ ਜਦੋਂ ਉਹ ਪ੍ਰੈਸ਼ਰ ਮੇਰੇ ਕੋਲ ਐਸਚ ਕਹਿੰਦਾ ਜੀ ਪੂਰੇ ਲਿਕੁਇਡ ਚ ਟ੍ਰਾਂਸਫਰ ਹੋਣਾ ਤੇ ਐਸਚ ਆ ਪਿਸਟਨ ਸਾਰੇ ਦੇ ਸਾਰੇ ਜਿਹੜੇ ਨੇ ਇਹ ਆਪਣੀ ਥਾਂ ਤੋਂ ਕੀ ਕਰਨੇ ਆ? Display. Display. ਆਊਟਵਰਡ ਡਿਸਪਲੇਸ ਹੋਊਗੇ। Yes, sir. Yes, ਜਦੋਂ ਆ ਪਿਸਟਨ ਆਊਟਵਰਡ ਡਿਸਪਲੇਸ ਹੋਣੇ ਨਾ ਤੇ ਜੇ ਅਸੀਂ ਮੇਜਰ ਕਰਨਾ ਚਾਹਨੇ ਕਿ ਇਸ ਪੁਆਇੰਟ ਤੇ ਪ੍ਰੈਸ਼ਰ ਕਿੰਨਾ ਜਾਂ ਇਸ ਪੁਆਇੰਟ ਤੇ ਜਾਂ ਇਸ ਪੁਆਇੰਟ ਤੇ ਪ੍ਰੈਸ਼ਰ ਕਿੰਨਾ, ਉਹਦੇ ਵਾਸਤੇ ਅਸੀਂ ਪਾਸਕਲ ਲਾਅ ਦੀ ਸਟੇਟਮੈਂਟ ਨੂੰ ਯੂਜ਼ ਕਰੀਏ ਜਿਹੜਾ ਇਹ ਡਿਫਾਈਨ ਕਰਦਾ ਕਿ ਜੇ ਲਿਕੁਇਡ ਇਨ ਇਕੁਇਲਿਬ੍ਰੀਅਮ ਹੈਗਾ ਤੇ ਜਿੰਨਾ ਪ੍ਰੈਸ਼ਰ ਲਿਕੁਇਡ ਦੇ ਅੰਦਰ ਕਿਸੇ ਇੱਕ ਪੁਆਇੰਟ ਤੇ ਤੁਸੀਂ ਬਿਲਟ ਅਪ ਕਰਦੇ ਹੋ exactly same pressure transmitted at all the points inside the liquid। ਇਹਦਾ ਮਤਲਬ ਲਿਕੁਇਡ ਦੇ ਅੰਦਰ ਹਰ ਪੁਆਇੰਟ ਦੇ ਉੱਤੇ ਸੇਮ ਪ੍ਰੈਸ਼ਰ ਕਿੰਨਾ ਟ੍ਰਾਂਸਫਰ ਹੋਏਗਾ ਤੇ ਜਦੋਂ ਸੇਮ ਪ੍ਰੈਸ਼ਰ ਟ੍ਰਾਂਸਫਰ ਹੋਏਗਾ ਇਹਦਾ ਮਤਲਬ ਆ ਪਿਸਟਨ ਜਿਹੜਾ ਹੈਗਾ ਜਦੋਂ ਇਹਨੇ ਆਊਟਵਰਡ ਮੂਵ ਕਰਨਾ ਤੇ ਇਹਦਾ ਮਤਲਬ ਜੇ ਮੈਂ ਇਸ ਪਿਸਟਨ ਨੂੰ ਇਹਦੀ ਪੋਜੀਸ਼ਨ ਤੇ ਹੋਲਡ ਕਰਨਾ ਤੇ ਵੀ ਹੈਵ ਟੂ ਅਪਲਾਈ ਦਾ ਫੋਰਸ ਇਨ ਇਨਵਰਡ ਡਾਇਰੈਕਸ਼ਨ। Yes, sir. Yes, sir. ਮੈਨੂੰ ਇਹਦੇ ਤੇ ਫੋਰਸ ਇਨਵਰਡ ਲਗਾਣੀ ਪਏਗੀ। ਕਹਿੰਦਾ ਕਿੰਨੀ ਲਗਾਣੀ ਪਏਗੀ ਤੇ ਉਹ ਕਹਿੰਦਾ ਜੀ ਜਿੰਨਾ ਏਰੀਆ ਆਫ ਕ੍ਰਾਸ ਸੈਕਸ਼ਨ ਚੇਂਜ ਹੋਏਗਾ, ਠੀਕ ਹੈ, ਕਿਉਂਕਿ ਪ੍ਰੈਸ਼ਰ ਫੋਰਸ ਬਾਈ ਏਰੀਆ ਦੀ ਰੇਸ਼ੋ ਆ ਤੇ ਜੇ ਐਗਜ਼ੈਕਟਲੀ ਸੇਮ ਪ੍ਰੈਸ਼ਰ ਇੱਥੇ ਟ੍ਰਾਂਸਫਰ ਹੁੰਦਾ ਪਿਆ ਤੇ ਜਿਹੜੀ ਫੋਰਸ F ਡੈਸ਼ ਇੱਥੇ ਬਣੇਗੀ ਤੇ ਜੇ ਮੈਂ ਉਸ ਫੋਰਸ ਨੂੰ ਇੱਥੋਂ ਲਿਖਣਾ ਹੋਵੇ ਤੇ ਇਸ ਥਾਂ ਤੇ ਪ੍ਰੈਸ਼ਰ ਇਨਟੂ ਏਰੀਆ ਆ ਮੇਰੇ ਕੋਲ ਆ ਗਿਆ ਹਨਾ। ਤੇ ਉਹ ਕਹਿੰਦਾ ਜੀ ਜੇ ਮੈਂ ਇਸ ਥਾਂ ਤੇ ਕਹਾਂ ਕਿ ਵੀ ਸੇਮ ਪ੍ਰੈਸ਼ਰ ਟ੍ਰਾਂਸਮਿਟ ਹੋਇਆ ਮੇਰੇ ਕੋਲ ਤੇ ਉਹਦੇ ਵਾਸਤੇ ਇਸ ਪਿਸਟਨ ਤੇ ਜਿਹੜੀ ਫੋਰਸ ਲਗਾਣੀ ਪਏਗੀ ਉਹ ਡਬਲ ਦਾ ਫੋਰਸ ਕਹਿੰਦਾ ਜੀ ਅਪਲਾਈਡ ਐਟ ਏ ਪਿਸਟਨ ਆਜੋ। Yes, sir. Yes, sir. ਉਹ ਤਾਂ ਆਹੀ ਚੀਜ਼ ਦੁਬਾਰਾ ਫੇਰ ਲਿਖ ਰਿਹਾ, ਉਹਨੂੰ ਆਪਾਂ ਇਦਾਂ ਕਹਿ ਰਹੇ ਕਿ ਜੇ ਇਸ ਥਾਂ ਤੇ ਵੀ ਅਸੀਂ ਮੰਨਦੇ ਪਏ ਕਿ ਸੇਮ ਪ੍ਰੈਸ਼ਰ ਟ੍ਰਾਂਸਮਿਟ ਹੋਇਆ ਵਾ ਹਨਾ, ਉਹਦੇ ਲਈ ਆਪਾਂ ਮੇਜਰ ਕਰਨ ਲਈ ਕੀ ਕਰੀਏ ਕਿ ਵੀ ਇੱਥੇ ਜਿਹੜੀ ਫੋਰਸ ਲਗਾਵਾਂ ਉਹ ਫੋਰਸ ਮੇਰੇ ਕੋਲ ਐਸਐਚ 2F ਅਪਲਾਈ ਹੋਏਗੀ ਕਿਉਂਕਿ ਆ ਕੈਨਸਲ ਆਊਟ ਕਰਕੇ ਤਦੇ ਮੇਰੇ ਕੋਲ F/A ਬਚੂ। Yes, sir. Yes, sir. ਇਹਦਾ ਮਤਲਬ ਇਹ ਹੋ ਗਿਆ ਕਿ ਜੇ ਆਪਣੇ ਕੋਲ ਐਸਐਚ ਇਦਾਂ ਦਾ ਇੱਕ ਐਕਸਪੈਰੀਮੈਂਟਲ ਅਰੇਂਜਮੈਂਟ ਹੋਵੇ ਤੇ ਮੈਂ ਇੱਕ ਪੁਆਇੰਟ ਤੋਂ ਉਹਦਾ ਪ੍ਰੈਸ਼ਰ ਡਾਊਨਵਰਡ F ਲਗਾਉਂਦਾ ਹਾਂ ਏਰੀਆ ਆਫ ਕ੍ਰਾਸ ਸੈਕਸ਼ਨ ਤੇ ਦੂਜੇ ਐਂਡ ਤੇ ਜਦੋਂ ਪਿਸਟਨ ਤੇ ਉਹ ਜ਼ੋਰ ਪੈਣਾ ਵਾ ਤੇ ਜੇ ਉਹ ਪਿਸਟਨ ਦਾ ਕ੍ਰਾਸ ਸੈਕਸ਼ਨਲ ਏਰੀਆ ਜਿਹੜਾ ਵਾ ਉਹ A ਪਿਸਟਨ ਨਾਲੋਂ ਡਬਲ ਹੋਇਆ ਤੇ ਉਸ ਥਾਂ ਤੇ ਮੈਨੂੰ ਅੰਦਰ ਨੂੰ ਜਿਹੜਾ ਜ਼ੋਰ ਲਾ ਕੇ ਰੱਖਣਾ ਪਏਗਾ ਉਹ ਕਹਿੰਦਾ ਜੀ ਜ਼ਿਆਦਾ ਲਾਣਾ ਪੈ ਰਿਹਾ। ਜਿੰਨਾ ਇਸ ਥਾਂ ਤੇ ਕਿਸੇ ਇੱਕ ਪਰਸਨ ਨੇ ਫੋਰਸ ਲਗਾਈ ਆ ਹਨਾ ਉਸ ਤੋਂ ਡਬਲ ਫੋਰਸ ਇੱਥੇ ਲੱਗੇਗੀ। ਇੱਥੇ ਜੇ ਗੱਲ ਕਰਾਂ ਤੇ ਉਹ ਫੋਰਸ ਦੀ ਅਮਾਉਂਟ ਜਿਹੜੀ ਹੋਏਗੀ ਉਹ ਹਾਫ ਹੋ ਜਾਊ। ਜੇ ਇਹਦਾ ਏਰੀਆ ਆਫ ਕ੍ਰਾਸ ਸੈਕਸ਼ਨ ਜਿਹੜਾ ਉਹ ਹਾਫ ਹੋ ਗਿਆ ਇਹਦੇ ਨਾਲੋਂ ਤੇ ਇੱਥੇ ਸੇਮ ਪ੍ਰੈਸ਼ਰ ਜਿਹੜਾ ਇੱਥੇ ਐਕਟ ਕਰਦਾ ਪਿਆ ਤੇ ਇਸ ਪਿਸਟਨ ਨੂੰ ਇਹਦੀ ਥਾਂ ਤੇ ਇੰਟੈਕਟ ਰੱਖਣ ਵਾਸਤੇ ਠੀਕ ਹੈ ਜੀ ਜਿਹੜੀ ਫੋਰਸ ਲੱਗੇਗੀ ਉਹ ਇਸ ਪਿਸਟਨ ਨਾਲੋਂ ਹਾਫ ਲਾਣੀ ਪਊ। Yes, sir. ਤੇ ਜਿਵੇਂ ਇੱਥੇ ਕਹਾਂ ਤੇ ਜੇ ਇੱਥੇ ਏਰੀਆ ਆਫ ਕ੍ਰਾਸ ਸੈਕਸ਼ਨ ਮੇਰਾ 3A ਹੋਇਆ ਤੇ ਇੱਥੇ ਫੋਰਸ ਜਿਹੜੀ ਆ ਉਹ ਕਹਿੰਦਾ ਜੀ 3 ਟਾਈਮ ਲੱਗੇਗੀ ਤਾਂ ਪ੍ਰੈਸ਼ਰ ਸੇਮ ਆ। ਇੱਥੇ ਮੇਰੇ ਕੋਲ ਜੇ ਮੈਂ ਲੈ ਕੇ ਚੱਲਾ ਕਹਿੰਦਾ ਜੀ ਜੇ ਮੇਰੇ ਕੋਲ ਫੋਰਸ ਦੀ ਗੱਲ ਕਰਾਂ ਤਾਂ ਉਹ F/2 ਆ ਜੂ ਤਾਂ ਮੇਰੇ ਕੋਲ ਹਰ ਥਾਂ ਦੇ ਉੱਤੇ ਪ੍ਰੈਸ਼ਰ ਜਿਹੜਾ ਉਹ ਸੇਮ ਮੇਨਟੇਨ ਹੋਏਗਾ। Yes, Yes, sir. ਸੋ ਇਸ ਚੀਜ਼ ਨੂੰ ਡਿਫਾਈਨ ਕੀਤਾ ਕਿ ਜੇ ਐਕਸਪੈਰੀਮੈਂਟਲੀ ਵੈਰੀਫਾਈ ਕਰਨਾ ਹੋਵੇ 2 ਮਿੰਟ ਜੇ ਅਸੀਂ ਐਕਸਪੈਰੀਮੈਂਟਲੀ ਵੈਰੀਫਾਈ ਕਰਨਾ ਹੋਵੇ ਕਿ ਵੀ ਪ੍ਰੈਸ਼ਰ ਸਾਰੇ ਪਾਸੇ ਇਕੁਅਲ ਟ੍ਰਾਂਸਮਿਟ ਹੁੰਦਾ ਤੇ ਉਹਦੇ ਲਈ ਉਹ ਆਪਾਂ ਨੂੰ ਡਿਫਾਈਨ ਹੀ ਕਰਦਾ ਪਿਆ ਕਿ ਵੀ ਜੇ ਇਸ ਅਰੇਂਜਮੈਂਟ ਦੇ ਅੰਦਰ ਕਿਸੇ ਇੱਕ ਪਿਸਟਨ ਦੇ ਉੱਤੇ ਤੁਸੀਂ ਕੁਝ ਫੋਰਸ ਲਗਾਉਂਦੇ ਹੋ ਤੇ ਉਹ ਕਹਿੰਦਾ ਜੀ ਜਿੰਨੇ ਏਰੀਆ ਆਫ ਕ੍ਰਾਸ ਸੈਕਸ਼ਨ ਤੇ ਉਹ ਫੋਰਸ ਲਗਾਈ ਆ
ठीक है, ते उन्हें जिन्ना प्रैशर उस पॉइंट ते बिल्ट अप करना वा एग्जैक्टली सेम प्रैशर जिहड़ा वा वो पूरे लिक्विड दे अंदर ट्रांसमिट हुंदा पिया ਉਹਦੇ ਅਕੋਰਡਿੰਗਲੀ ਹੀ ਜਿੰਨਾ ਏਰੀਆ ਆਫ ਕ੍ਰਾਸ ਸੈਕਸ਼ਨ ਇਹਨਾਂ ਪਿਸਟਨ ਦਾ ਹੋਏਗਾ, ਠੀਕ ਹੈ, ਉਸ ਕ੍ਰਾਸ ਸੈਕਸ਼ਨਲ ਏਰੀਆ ਦੇ ਪ੍ਰਪੋਰਸ਼ਨੇਟ ਜਿਹੜੀ ਆ ਉਹ ਤੁਸੀਂ ਫੋਰਸ ਲਗਾਓਗੇ, ਠੀਕ ਹੈ ਜੀ, ਲਿਕੁਇਡ ਨੂੰ ਐਸ ਸੱਚ ਜਿਹੜਾ ਵਾ ਸੌਰੀ ਪਿਸਟਨ ਨੂੰ ਐਸ ਸੱਚ ਆਪਣੇ ਪੁਆਇੰਟ ਦੇ ਉੱਤੇ ਕਹਿੰਦਾ ਜੀ ਹੋਲਡ ਕਰਨ ਵਾਸਤੇ। ਸੋ ਇਸ ਚੀਜ਼ ਨੂੰ ਅਸੀਂ ਫਿਰ ਡਿਫਾਈਨ ਕਰਦੇ ਕਿ ਵੀ ਇਹ ਪਾਸਕਲ ਲਾਅ ਵਿਦ ਇਫੈਕਟ ਆਫ ਪਾਸਕਲ ਲਾਅ ਵਿਦਆਊਟ ਇਫੈਕਟ ਆਫ ਗ੍ਰੈਵਿਟੀ ਨੂੰ ਜਿਹੜਾ ਉਹ ਜਸਟੀਫਾਈ ਕਰਦਾ ਪਿਆ। ਕੀ ਆ ਕਲੀਅਰ ਆ? Yes, sir. Yes, sir. Yes. ਹਾਂਜੀ, ਨੈਕਸਟ ਟਾਪਿਕ ਹੈਗਾ ਆਪਣੇ ਕੋਲ ਐਪਲੀਕੇਸ਼ਨ ਆਫ ਪਾਸਕਲ ਲਾਅ ਦੇ ਵਿੱਚ ਆਂਦਾ, ਉਹਨੂੰ ਅਸੀਂ ਡਿਫਾਈਨ ਕਰਦੇ ਹਾਂ ਹਾਈਡ੍ਰੋਲਿਕ ਲਿਫਟ। तो इना ध्यान रखियो बुक दे अंदर है ना या सिलेबस दे विच सिर्फ एक वर्ड उन्हें लिख दिता पास्कल लॉ, ठीक है, ते एदा मतलब ये नहीं कि पास्कल लॉ दी गली सानू स्टेटमेंट आ, ਇਹਦਾ ਮਤਲਬ ਪਾਸਕਲ ਲਾਅ ਤੇ ਉਹਦੀਆਂ ਐਪਲੀਕੇਸ਼ਨ ਸਾਰਾ ਕੁਝ ਆਪਣਾ ਜਿਹੜਾ ਵਾ ਉਹ ਉਸੇ ਟੌਪਿਕ ਦੇ ਅੰਦਰ ਹੀ ਕਵਰ ਹੋ ਜਾਣਾ ਵਾ, ਠੀਕ ਹੈ। ਉਹਦੀ ਇੱਕ ਐਪਲੀਕੇਸ਼ਨ ਉਹਨੇ ਦਿੱਤੀ ਆ ਹਾਈਡ੍ਰੋਲਿਕ ਲਿਫਟ, ਔਰ ਦੂਜੀ ਇੱਕ ਆਪਣੇ ਕੋਲ ਆਏਗੀ ਹਾਈਡ੍ਰੋਲਿਕ ਬ੍ਰੇਕਸ, ਯਾਨੀ ਜਿਹੜੀ ਪ੍ਰੈਸ਼ਰ ਦੇ ਨਾਲ ਲਿਫਟ ਕੰਮ ਕਰਦੀ ਤੇ ਜਿਹੜੀ ਪ੍ਰੈਸ਼ਰ ਦੇ ਨਾਲ ਸਾਡੇ ਕੋਲ ਐਸਐਚ ਵਹੀਕਲ ਦੀ ਬ੍ਰੇਕ ਕੰਮ ਕਰਦੀ। ਉਹ ਕਹਿੰਦਾ ਜੀ ਦੇ ਆਰ ਬੇਸਡ ਅਪਨ ਦਾ ਕਹਿੰਦਾ ਜੀ ਪਾਸਕਲ ਲਾਅ ਵਿਦਆਊਟ ਇਫੈਕਟ ਆਫ ਗ੍ਰੈਵਿਟੀ। ਹੁਣ ਹਾਈਡ੍ਰੋਲਿਕ ਲਿਫਟ ਦੀ ਵਰਕਿੰਗ ਦੇ ਅੰਦਰ ਉਹਨੇ ਆਪਾਂ ਨੂੰ ਕੀ ਡਿਫਾਈਨ ਕੀਤਾ कि जे ऐसा ਤੁਹਾਡੇ ਕੋਲ ਕੋਈ ਇੱਕ ਲਿਫਟ ਅਰੇਂਜਮੈਂਟ ਆ ਔਰ ਉਸ ਲਿਫਟ ਅਰੇਂਜਮੈਂਟ ਅਸੀਂ ਐਸਾ ਇਸ ਵੇ ਨਾਲ ਸ਼ੋ ਆਫ ਕਰੀਏ ਕਿ ਆਪਣੇ ਕੋਲ ਇਸ ਵੇ ਨਾਲ ਇੱਕ ਚੈਂਬਰ ਗਿਵਨ ਆ, ਇਸ ਵੇ ਨਾਲ ਇੱਕ ਆਪਣੇ ਕੋਲ ਚੈਂਬਰ ਗਿਵਨ ਆ ਜਿਹਦੇ ਚ ਉਹਨੇ ਡਿਫਾਈਨ ਕੀਤਾ ਕਿ ਤੁਹਾਡੇ ਕੋਲ ਦੋ ਡਿਫਰੈਂਟ ਕ੍ਰਾਸ ਸੈਕਸ਼ਨਲ ਏਰੀਆ ਵਾਲੇ ਜਿਹੜੇ ਨੇ ਉਹ ਐਸਾ ਇਹਦੇ ਚ ਪਾਰਟਸ ਹੈਗੇ ਆ, ਠੀਕ ਹੈ। ਤੇ ਇਸ ਪੋਜੀਸ਼ਨ ਤੇ ਅਸੀਂ ਡਿਫਾਈਨ ਕਰਦੇ ਪਏ ਕਿ ਵੀ ਜੇ ਇਹਦਾ ਏਰੀਆ ਆਫ ਕ੍ਰਾਸ ਸੈਕਸ਼ਨ A ਗਿਵਨ ਆ ਤੇ ਇਸ ਪੁਆਇੰਟ ਦੇ ਉੱਤੇ ਤੁਸੀਂ SHF ਫੋਰਸ ਲਗਾਣੇ ਪਏ ਹੋ, ਠੀਕ ਹੈ, ਔਰ ਦੋਨੋਂ ਦੇ ਦੋਨੋਂ SH ਆ ਜਿਹੜੇ ਵਰਟੀਕਲ ਲਿੰਬ ਨੇ, ਇਹਨੇ ਜਿਹੜੀਆਂ ਵਰਟੀਕਲ ਟਿਊਬਸ ਨੇ, ਵਰਟੀਕਲ ਪਾਈਪਸ ਨੇ, ਇਹਨਾਂ ਨੂੰ ਇਸ ਹੌਰੀਜ਼ੌਂਟਲ ਪਾਈਪ ਦੇ ਵਿੱਚ ਜਿਹੜਾ ਲਿਕੁਇਡ ਫਲੋ ਕਰਦਾ ਪਿਆ ਇਹਦੇ ਨਾਲ ਅਟੈਚ ਕੀਤਾ ਹੋਇਆ। ਹੁਣ ਇੱਥੇ ਡਿਫਾਈਨ ਕਰੀਏ ਤਾਂ ਅਸੀਂ ਕਹਿਣਾ ਕੀ ਚਾਹ ਰਹੇ ਪੁੱਤ ਕਿ ਜਿਹੜੀ ਹਾਈਡ੍ਰੋਲਿਕ ਲਿਫਟ ਆ, ठीक है, ਇਹਦੀ ਇੱਕ ਐਗਜ਼ਾਮਪਲ ਕੋਡ ਕਰਾਂ ਤਾਂ ਆਪਾਂ ਇਦਾਂ ਕਹਿ ਦਿੰਦੇ ਕਿ ਜਿੱਦਾਂ ਆਪਾਂ ਮੰਨ ਲਓ ਕਾਰ ਵਾਸ਼ ਕਰਾਣੀ ਹੋਵੇ, ਠੀਕ ਹੈ, ਤੇ ਉਹ ਕੀ ਕਰਦੇ ਕਾਰ ਨੂੰ ਜਿਹੜਾ ਨਾ ਇੱਕ ਐਸਐਚ ਜਿਸ ਪਲੇਸ ਤੇ ਖੜਾ ਕਰਦੇ ਆ ਉਹਦੇ ਨੀਚੇ ਇੱਕ ਸਿਲੈਂਡਰੀਕਲ ਵੱਡਾ ਜਿਹਾ ਜਿਹੜਾ ਮੇਰੇ ਕੋਲ ਪਾਈਪ ਅਰੇਂਜਮੈਂਟ ਹੁੰਦਾ, ਠੀਕ ਹੈ। ਜਦੋਂ ਉਹਨਾਂ ਨੇ ਥੱਲੇੋਂ ਕਾਰ ਧੋਣੀ ਹੁੰਦੀ ਹੈ ਨਾ ਤੇ ਉਹ ਕੀ ਕਰਦੇ ਐਸਐਚ ਇੱਕ ਪੁਆਇੰਟ ਦੇ ਉੱਤੋਂ, ਮਤਲਬ ਉਹ ਇਲੈਕਟ੍ਰੀਕਲ ਮੈਥਡ ਨਾਲ ਕਰਦੇ, ਅਦਰਵਾਈਜ਼ ਉਹਦਾ ਦੂਜਾ ਮੈਥਡ ਕੀ ਹੋਏਗਾ ਕਿ ਵੀ ਮੈਂ ਇੱਕ ਐਂਡ ਤੇ ਕੁਝ ਪ੍ਰੈਸ਼ਰ ਅਪਲਾਈ ਕਰਾਂਗੇ ਡਾਊਨਵਰਡ ਤੇ ਦੂਜੇ ਐਂਡ ਤੇ ਸਿਲੈਂਡਰੀਕਲ ਕਾਲਮ ਜਿਹੜਾ ਵਾ ਹਨਾ ਉਹ ਐਸੇ ਤੁਹਾਡੇ ਲੋਡ ਨੂੰ ਅਪਵਰਡ ਲਿਫਟ ਕਰਦਾ ਜਾਏਗਾ। ਮੈਂ ਓਨਾ ਪ੍ਰੈਸ਼ਰ ਨਹੀਂ, ਓਨੀ ਫੋਰਸ ਨਹੀਂ ਲਗਾ ਰਿਹਾ, ਮੈਂ ਓਨੀ ਫੋਰਸ ਨਹੀਂ ਲਗਾ ਰਿਹਾ ਜਿੰਨੀ ਉਸ ਲੋਡ ਨੂੰ ਲਿਫਟ ਕਰਨ ਲਈ ਚਾਹੀਦੀ ਹੈ। ਮੈਂ ਉਸ ਤੋਂ ਕਿਤੇ ਘੱਟ ਫੋਰਸ ਲਗਾ ਕੇ ਉਹਦਾ ਇਫੈਕਟ ਜਿਹੜਾ ਵਾ ਉਹ ਲਾਰਜ ਫੋਰਸ ਦੀ ਅਮਾਉਂਟ ਚ ਪ੍ਰੋਡਿਊਸ ਕਰਾ ਰਿਹਾ। ਉਹਦੇ ਵਾਸਤੇ ਉਹਨੇ ਡਿਫਾਈਨ ਕੀਤਾ ਕਿ ਵੀ ਐਸਐਚ ਤੁਹਾਡਾ ਪਾਸਕਲ ਲਾਅ ਜਿਹੜਾ ਉਹ ਕਹਿੰਦਾ ਜੀ ਐਸਐਚ ਉੱਤੇ ਯੂਟਿਲਾਈਜ਼ ਕਰਦੇ ਪਏ ਸੀ। क्या इन्हीं गल समझ लगी जो बोली? Yes, sir. Yes, sir. तो ਆਪਾਂ ਬੁੱਤ ਆ ਕਹਿਣਾ ਚਾਹ ਰਹੇ ਕਿ ਜੇ ਇੱਥੇ ਇੱਕ ਹੈਵੀ ਲੋਡ ਪਿਆ ਮੇਰਾ, ਜੇ ਆ ਪੁਆਇੰਟ ਤੇ ਇੱਕ ਹੈਵੀ ਲੋਡ ਹੈਗਾ ਜਿਹਨੂੰ ਮੈਂ ਲਿਫਟ ਅਪ ਕਰਨਾ ਔਰ ਇਹਨੂੰ ਲਿਫਟ ਅਪ ਕਰਨ ਲਈ ਜਿਹੜੇ ਮੈਨੂੰ ਫੋਰਸ ਚਾਹੀਦੀ ਆ, ਸਿੰਬਲ ਜਿਹੜੇ ਨੇ ਆਪਾਂ ਵੇਰੀਏਬਲ ਜਿਹੜੇ ਉਹ ਇੱਕ ਸਮਾਲ ਐਫ ਰੱਖ ਲਓ, ਇੱਕ ਇੱਥੇ ਕੈਪੀਟਲ ਐਫ ਰੱਖ ਲਓ। ਤੇ ਜੇ ਮੈਂ ਇਸ ਬੋਡੀ ਨੂੰ ਲਿਫਟ ਅਪ ਕਰਨਾ ਸੀਗਾ ਤੇ ਮੈਨੂੰ SHF ਫੋਰਸ ਦੀ ਰਿਕੁਆਇਰਮੈਂਟ ਸੀਗੀ, ਪਰ ਜਿਹੜੀ ਫੋਰਸ ਅਸੀਂ ਇਹਨੂੰ ਲਿਫਟ ਕਰਨ ਵਾਸਤੇ ਅਪਲਾਈ ਕਰਦੇ ਪਏ ਉਹ ਮੇਰੇ ਕੋਲ ਸਮਾਲ ਐਫ ਆ, ਵੇਅਰ ਕੰਡੀਸ਼ਨ ਇਹ ਦਿੰਨੇ ਪਏ ਕਿ F ਇਜ਼ ਗ੍ਰੇਟਰ ਦੈਨ F, ਔਰ ਇਹਦਾ ਅਸੀਂ ਕੀ ਕੀਤਾ ਕਿ ਨਾ ਜੀ SH ਆ ਇਫੈਕਟ ਪ੍ਰੋਡਿਊਸ ਕਰਨ ਵਾਸਤੇ ਆ ਐਂਡ ਦਾ ਏਰੀਆ ਆਫ ਕ੍ਰਾਸ ਸੈਕਸ਼ਨ ਆਪਾਂ A ਮੰਨ ਲਿਆ ਵਿਦ ਦਾ ਕੰਡੀਸ਼ਨ ਕਿ A ਗ੍ਰੇਟਰ ਦੈਨ ਸਮਾਲ a ਆ। ਮਤਲਬ ਜੇ ਆ 1 ਸੈਂਟੀਮੀਟਰ ਸਕੁਅਰ ਏਰੀਆ ਆਫ ਕ੍ਰਾਸ ਸੈਕਸ਼ਨ ਹੋਵੇ ਤੇ ਇੱਥੇ 1 ਮੀਟਰ ਸਕੁਅਰ ਏਰੀਆ ਆਫ ਕ੍ਰਾਸ ਸੈਕਸ਼ਨ, ਠੀਕ ਹੈ। ਤੇ ਇਸ ਮੂਮੈਂਟ ਤੇ ਇਸ ਬਾਡੀ ਨੂੰ ਲਿਫਟ ਅਪ ਕਰਨ ਲਈ ਜੇ 100 ਨਿਊਟਨ ਫੋਰਸ ਚਾਹੀਦੀ ਆ ਤੇ ਮੈਂ ਇੱਥੇ 1 ਨਿਊਟਨ ਫੋਰਸ ਦੀ ਹੈਲਪ ਨਾਲ, ਠੀਕ ਹੈ, ਉਹੀ 100 ਨਿਊਟਨ ਦਾ ਇਫੈਕਟ ਪ੍ਰੋਡਿਊਸ ਕਰਾਂਗਾ। ਉਹਦੇ ਲਈ ਉਹਨੇ ਡਿਫਾਈਨ ਕੀਤਾ ਕਿ ਵੀ ਜੇ ਇਸ ਐਂਡ ਦੇ ਉੱਤੇ ਤੁਸੀਂ F ਫੋਰਸ ਸਮਾਲ ਏਰੀਆ ਆਫ ਕ੍ਰਾਸ ਸੈਕਸ਼ਨ ਤੇ ਅਪਲਾਈ ਕਰੋਗੇ ਉਹਦੇ ਕਰਕੇ ਇੱਥੇ P = F/A,
इथे P इक्वल टू F बाय A दे बराबर असी प्रेशर अप्लाई करांगे। इस पॉइंट दे उत्ते जदों मैं F फोर्स लगाई जिहदा एरिया ऑफ क्रॉस सैक्शन A हैगा ते इस पॉइंट दे उत्ते P दे बराबर प्रेशर एक्सर्ट होएगा। Yes, sir. Yes, sir. ਤੇ ਪਾਸਕਲ ਲਾਅ ਇਹ ਆਪਾਂ ਨੂੰ ਡਿਫਾਈਨ ਕਰਦਾ ਪਿਆ ਕਿ ਜਿੰਨਾ ਪ੍ਰੈਸ਼ਰ ਇਸ ਐਂਡ ਤੇ ਡਿਵੈਲਪ ਹੋਏਗਾ that pressure is transmitted equally in all the direction at all the point ਤੇ ਜੇ ਉਹੀ ਪ੍ਰੈਸ਼ਰ ਇਕੁਅਲੀ ਮੇਰੇ ਕੋਲ ਇਸ ਐਂਡ ਤੇ ਇਸ ਲਿਕੁਇਡ ਦੇ ਥਰੂ ਟ੍ਰਾਂਸਫਰ ਹੋਏਗਾ ਤੇ ਇਹਦਾ ਮਤਲਬ ਹੈ ਜਦੋਂ ਇਸ ਸਾਈਡ ਨੂੰ ਡਾਊਨਵਰਡ ਪ੍ਰੈਸ ਕਰਾਂਗਾ ਤੇ ਆਹ ਪਿਸਟਨ ਜਿਹੜਾ ਹੋਏਗਾ ਇਹਦੇ ਤੇ ਫੋਰਸ ਜਿਹੜੀ ਆ ਉਹ ਅਪਵਰਡ ਡਾਇਰੈਕਸ਼ਨ ਚ ਅਪਲਾਈ ਹੋਊਗੀ Yes. है ना ਤੇ ਉਹਦੇ ਅਕੋਰਡਿੰਗਲੀ ਜਦੋਂ ਆਪਾਂ ਡਿਫਾਈਨ ਕਰੀਏ ਕਿ ਇੱਥੇ ਫੋਰਸ ਕਿੰਨੀ ਬਣੀ ਉਹ ਕਹਿੰਦਾ ਜੀ ਜੇ ਤੇ F ਫੋਰਸ ਰਿਕੁਆਇਰਡ ਸੀਗੀ ਤੇ ਜੇ ਲੋਡ ਮੇਰਾ ਲਿਫਟ ਹੋ ਗਿਆ ਤੇ ਇਹਦਾ ਮਤਲਬ ਇਹਦੇ ਤੇ F ਫੋਰਸ ਬਿਲਟ ਅਪ ਵੀ ਹੋਊਗੀ Yes. Yes, sir. ਮਤਲਬ ਇਹ ਕਹਿ ਰਹੇ ਆ ਜੇ ਇਸ ਚੀਜ਼ ਨੂੰ ਚੁੱਕਣ ਲਈ ਮੈਨੂੰ 10 ਨਿਊਟਨ ਦੀ ਫੋਰਸ ਚਾਹੀਦੀ ਆ ਤੇ ਐਸ ਸੱਚ ਇਹ ਚੀਜ਼ ਉੱਪਰ ਨੂੰ ਲਿਫਟ ਵੀ ਹੋਗੀ ਤੇ ਮਤਲਬ ਤੇ 10 ਨਿਊਟਨ ਫੋਰਸ ਲੱਗੀ ਹੋਊਗੀ Yes. Yes, sir. ਅਸੀਂ ਜਿਹੜੀ ਫੋਰਸ ਇਸ ਐਂਡ ਤੇ ਅਪਲਾਈ ਕੀਤੀ ਹੋਏਗੀ ਉਹ ਕਹਿੰਦਾ ਜੀ ਉਹ ਤਾਂ ਸਿਰਫ 1 ਨਿਊਟਨ ਆ ਇਹਦਾ ਮਤਲਬ 1 ਨਿਊਟਨ ਫੋਰਸ ਦੀ ਹੈਲਪ ਨਾਲ ਜੇ ਤੁਸੀਂ 10 ਨਿਊਟਨ ਦਾ ਇਫੈਕਟ ਪ੍ਰੋਡਿਊਸ ਕਰਦੇ ਪਏ ਹੋ ਤੇ ਇਟ ਮੀਨਸ ਵੀ ਆਰ ਯੂਟਿਲਾਈਜ਼ਿੰਗ ਦਾ ਕਨਸੈਪਟ ਆਫ ਇਕੁਐਲਿਟੀ ਆਫ ਪ੍ਰੈਸ਼ਰ ਇਹਦਾ ਮਤਲਬ ਤੁਸੀਂ ਪ੍ਰੈਸ਼ਰ ਦੇ ਬੇਸ ਦੇ ਉੱਤੇ ਆ ਕਹਿ ਰਹੇ ਹੋ ਕਿ ਵੀ ਇਸ ਥਾਂ ਤੇ ਜੇ ਮੈਂ ਫੋਰਸ ਕੱਢਾਂ ਤੇ ਉਹ ਪ੍ਰੈਸ਼ਰ ਇਨਟੂ ਏਰੀਆ ਆ ਗਈ ਪਰ ਆ ਪ੍ਰੈਸ਼ਰ ਦੀ ਵੈਲਿਊ ਜਿਹੜੀ ਇਸ ਐਂਡ ਤੇ ਬਣੀ ਤੇ ਇੱਥੇ ਜਿਹੜਾ ਪ੍ਰੈਸ਼ਰ ਆ ਉਹ ਸੇਮ ਆ ਤੇ ਜੇ ਪ੍ਰੈਸ਼ਰ ਸੇਮ ਆ ਤੇ ਆ P ਪੁਆਇੰਟ ਦੀ ਥਾਂ ਤੇ ਜੇ ਮੈਂ ਐਸ ਐਚ ਲਿਖ ਦਵਾਂ ਆ P ਦੀ ਵੈਲਿਊ ਡਿਫਾਈਨ ਕਰ ਦੋ F by A into A ਠੀਕ ਹੈ ਜੀ ਤੇ ਇਤੋਂ ਜੇ ਮੈਂ ਡਿਫਾਈਨ ਕਰਾਂ ਤੇ ਐਸ ਐਚ A ਦੀ ਵੈਲਿਊ ਗ੍ਰੇਟਰ ਦੈਨ A ਆ ਇਹਦਾ ਮਤਲਬ ਆ 1 ਮੀਟਰ ਸਕੁਅਰ ਏਰੀਆ ਵਾ ਆ ਮੇਰੇ ਕੋਲ ਐਸ ਐਚ 1 ਸੈਂਟੀਮੀਟਰ ਸਕੁਅਰ ਏਰੀਆ ਵਾ ਤੇ ਇਹਦਾ ਮਤਲਬ ਹੋ ਗਿਆ A ਦੀ ਵੈਲਿਊ ਜੇ ਇਸ A ਤੋਂ ਗ੍ਰੇਟਰ ਆ ਤੇ ਇਸ ਨਿਊਮੀਨੇਟਰ ਦੇ ਅੰਦਰ ਵਾਲੀ ਵੈਲਿਊ ਜੇ ਡਿਨੋਮੀਨੇਟਰ ਤੋਂ ਗ੍ਰੇਟਰ ਹੋਈ ਤੇ ਫਿਰ ਆ F ਦੀ ਵੈਲਿਊ ਜਿਹੜੀ ਹੋਏਗੀ ਇਹ ਐਸ ਐਚ ਮੇਰੇ ਕੋਲ ਇਸ ਸਮਾਲ f ਤੋਂ ਗ੍ਰੇਟਰ ਆ ਜੋ Yes, sir. ਆਪਾਂ ਐਗਜ਼ਾਮਪਲ ਬਣਾ ਲੈਨੇ ਬੇਟਾ ਮੈਂ ਐਗਜ਼ਾਮਪਲ ਜਿਹੜੀ ਬੋਲਦਾ ਪਿਆ ਉਹ ਆਪਾਂ ਐਗਜ਼ਾਮਪਲ ਆ ਲਿਖਦੇ ਪਏ ਕਿ ਜੇ ਮੇਰੇ ਕੋਲ ਮੰਨ ਲਓ ਏਰੀਆ ਆਫ ਕ੍ਰਾਸ ਸੈਕਸ਼ਨ 1 ਸੈਂਟੀਮੀਟਰ ਸਕੁਅਰ ਆ ਦੂਜਾ ਏਰੀਆ ਆਫ ਕ੍ਰਾਸ ਸੈਕਸ਼ਨ 1 ਮੀਟਰ ਸਕੁਅਰ ਆ ਔਰ ਸਮਾਲ f ਦੀ ਵੈਲਿਊ ਮੈਂ 1 ਨਿਊਟਨ ਅਪਲਾਈ ਕੀਤੀ ਆ ਤੇ ਇਹਦਾ ਮਤਲਬ ਜੇ ਆਪਾਂ ਇਹ ਚੈੱਕ ਕਰਨਾ ਕਿ ਇੱਥੇ ਕਿੰਨੀ ਫੋਰਸ ਦਾ ਇਫੈਕਟ ਬਣਿਆ ਵਾ ਤੇ ਇਹਦਾ ਮਤਲਬ ਹੋ ਗਿਆ f ਦੀ ਵੈਲਿਊ 1 into 1 ਓਵਰ ਕਹਿੰਦਾ ਜੀ 10 ਰੇਜ਼ ਟੂ ਪਾਵਰ -4 ਠੀਕ ਹੈ ਜੀ ਏਰੀਆ ਆਫ ਨੂੰ ਆਪਾਂ ਸੈਂਟੀਮੀਟਰ ਸਕੁਅਰ ਤੋਂ ਮੀਟਰ ਸਕੁਅਰ ਕਨਵਰਟ ਕਰ ਲਓ ਇਹਦਾ ਮਤਲਬ ਜਿਹੜਾ ਮੇਰੇ ਕੋਲ ਫੋਰਸ ਦਾ ਇਫੈਕਟ ਪ੍ਰੋਡਿਊਸ ਹੋਇਆ ਉਹ 10 ਰੇਜ਼ ਟੂ ਪਾਵਰ 4 ਇਹਦਾ ਮਤਲਬ ਮੇਰੇ ਕੋਲ 10000 ਨਿਊਟਨ ਫੋਰਸ ਦਾ ਇਫੈਕਟ ਜੇ ਮੈਂ ਪ੍ਰੋਡਿਊਸ ਕਰਨਾ ਤਾਂ ਅਸੀਂ ਸਿਰਫ 1 ਨਿਊਟਨ ਫੋਰਸ ਲਗਾ ਕੇ ਉਹ ਇਫੈਕਟ ਬਣਾ ਸਕਦੇ ਹਾਂ ਇਹਦਾ ਮਤਲਬ ਇਹ ਹੋ ਗਿਆ ਕਿ ਇਸ ਲੋਡ ਨੂੰ ਲਿਫਟ ਕਰਨ ਲਈ ਜੇ 10000 ਨਿਊਟਨ ਫੋਰਸ ਚਾਹੀਦੀ ਸੀ ਠੀਕ ਹੈ ਤੇ ਮੈਂ ਅਪਲਾਈ ਸਿਰਫ 1 ਨਿਊਟਨ ਕਰ ਦਵਾਂ ਤੇ ਉਸ 1 ਨਿਊਟਨ ਦੀ ਹੈਲਪ ਨਾਲ ਤੁਸੀਂ ਉਹ ਲਾਰਜ ਇਫੈਕਟ ਫੋਰਸ ਦਾ ਪ੍ਰੋਡਿਊਸ ਕਰ ਸਕਦੇ ਹੋ ਯੂਜ਼ਿੰਗ ਦਾ ਕਨਸੈਪਟ ਆਫ ਕਹਿੰਦਾ ਜੀ ਪਾਸਕਲ ਲਾਅ ਕੀ ਆ ਚੀਜ਼ ਕਲੀਅਰ ਆ Yes, Yes, sir. sir. Yes, sir. ਚਲ ਜੇ ਕਿਸੇ ਨੂੰ ਕੋਈ ਡਾਊਟ ਤੇ ਇੱਕ ਵਾਰੀ ਬੋਲੋ ਜੇ ਇਹ ਕਲੀਅਰ ਹੈ ਤਾਂ ਫਿਰ ਆਪਾਂ ਨੈਕਸਟ ਐਪਲੀਕੇਸ਼ਨ ਦੀ ਗੱਲ ਕਰੀਏ ਜਲਦੀ ਜਲਦੀ ਹਾਂਜੀ ਪੁੱਤ ਉਹ ਇੰਨਾ ਕਲੀਅਰ ਆ ਬੱਚੇ ਕਿਸੇ ਨੂੰ ਹੈ ਡਾਊਟ ਕਿ ਕਲੀਅਰ ਆ Clear है. Clear. ਚਲੋ ਇਹਦੇ ਨਾਲ ਇੱਕ ਐਪਲੀਕੇਸ਼ਨ ਸੈਕਿੰਡ ਦੇ ਰਿਹਾ ਠੀਕ ਹੈ ਜਿਹੜੀ ਤੁਸੀਂ ਪੜ੍ਹਨੀ ਆ ਤੇ ਤੁਸੀਂ ਦੱਸਣੀ ਆ ਠੀਕ ਹੈ ਟੌਪਿਕ ਨੋਟ ਕਰ ਲਓ ਟੌਪਿਕ ਹੋਏਗਾ ਤੁਹਾਡੇ ਕੋਲ ਹਾਈਡ੍ਰੋਲਿਕ ਬ੍ਰੇਕਸ ਹਾਈਡ੍ਰੋਲਿਕ ਬ੍ਰੇਕ ਜਿਹਨੂੰ ਅਸੀਂ ਪ੍ਰੈਸ਼ਰ ਬ੍ਰੇਕਸ ਕਹਿੰਦੇ ਆ ਠੀਕ ਹੈ ਜਿਹੜੇ ਸਾਡੇ ਐਸਐਚ ਕਹ ਲਓ ਕਿ ਵੀ ਹੈਵੀ weight ਵਾਲੇ ਜਿਹੜੇ ਵਹੀਕਲਸ ਨੇ ਠੀਕ ਹੈ ਜੀ ਇਹਨਾਂ ਦੇ ਅੰਦਰ ਅਸੀਂ ਕਹਿੰਦੇ ਜੀ ਪ੍ਰੈਸ਼ਰ ਬ੍ਰੇਕ ਆ ਠੀਕ ਹੈ ਉਹ ਪ੍ਰੈਸ਼ਰ ਬ੍ਰੇਕਸ ਜਿਹੜੀ ਆ ਉਹਦੀ ਵਰਕਿੰਗ ਜਿਹੜੀ ਹੋਏਗੀ ਉਹ ਕਹਿੰਦਾ ਜੀ ਪਾਸਕਲ ਲਾਅ ਦੇ ਬੇਸ ਤੇ ਤੁਸੀਂ ਕਿੱਦਾਂ ਜਸਟੀਫਾਈ ਕਰਦੇ ਆ ਇਹ ਚੀਜ਼ ਕੱਲ ਨੂੰ ਪੜ੍ਹੀ ਹੋਵੇ ਤੇ ਮੈਂ ਪੁੱਛਣੀ ਹੈ ਇਹਦੇ ਵਿੱਚੋਂ ਕਲੀਅਰ ਇੰਨੀ ਗੱਲ Yes, sir. Yes, sir. ਚਲ ਇਹਦੇ ਨਾਲ ਹੀ ਅਗਲਾ ਟੌਪਿਕ ਜਿਹੜਾ ਆਪਣੇ ਕੋਲ ਆਣਾ ਠੀਕ ਹੈ ਜੀ ਇਹਦੇ ਨਾਲ ਹੀ ਇੱਕ ਛੋਟਾ ਟੌਪਿਕ ਹੋਰ ਲੈ ਰਿਹਾ
ਆਪਣੇ ਕੋਲ ਹੈਗਾ ਵਾ ਹਾਈਡਰੋਸਟੈਟਿਕ ਪੈਰਾਡੌਕਸ। ਹਾਈਡਰੋਸਟੈਟਿਕ ਪੈਰਾਡੌਕਸ, ਹਾਈਡਰੋਸਟੈਟਿਕ ਪੈਰਾਡੌਕਸ। ਹਾਈਡਰੋਸਟੈਟਿਕ ਪੈਰਾਡੌਕਸ ਬੇਟਾ ਬੇਸਿਕਲੀ ਟੌਪਿਕ ਚ ਉਹਨੇ ਡਿਫਾਈਨ ਕੀ ਕੀਤਾ, ਇਹਦੀ ਫਿਗਰ ਧਿਆਨ ਨਾਲ ਸਮਝ ਲਿਓ ਜਿਹੜੀ ਬਣਾਵਾਂਗੇ, ਬੁੱਕ ਦੇ ਅੰਦਰ ਨਹੀਂ ਦਿੱਤੀ ਹੋਈ, ਠੀਕ ਹੈ ਜੀ। ਹਾਈਡਰੋਸਟੈਟਿਕ ਪੈਰਾਡੌਕਸ ਅਸੀਂ ਡਿਫਾਈਨ ਕਰਦੇ ਹਾਂ। ਪਿਛਲੇ ਟੌਪਿਕ ਚ ਆਪਾਂ ਪਾਸਕਲ ਲਾਅ ਵਿਦ ਇਫੈਕਟ ਆਫ ਗ੍ਰੈਵਿਟੀ ਵਾਲੇ ਕੇਸ ਦੇ ਅੰਦਰ ਅਸੀਂ ਡਿਫਾਈਨ ਹੈ ਕੀਤਾ ਕਿ ਜਿਹੜਾ ਪ੍ਰੈਸ਼ਰ ਹੋਏਗਾ ਉਹਦਾ ਫਾਰਮੂਲਾ ਆਉਂਦਾ h rho g। ਇਹਦਾ ਮਤਲਬ ਪ੍ਰੈਸ਼ਰ ਇਨਸਾਈਡ ਦਾ ਕੰਟੇਨਰ ਐਟ ਇੱਕ ਕਹਿੰਦਾ ਜੀ h ਮੀਟਰ ਡੈਪਥ ਜਿਹੜਾ ਵਾ ਉਹ ਡਿਪੈਂਡ ਕਰੇਗਾ ਉਹ h ਮੀਟਰ ਡੈਪਥ ਕਿੰਨੀ ਹੈ, ਠੀਕ ਹੈ। ਇਹਦਾ ਮਤਲਬ ਹੋ ਗਿਆ ਉਹ ਕਹਿੰਦਾ ਜੀ ਐਸਐਚ ਪ੍ਰੈਸ਼ਰ ਦੀ ਵੇਰੀਏਸ਼ਨ ਜਿਹੜੀ ਆ ਉਹ ਡੈਪਥ ਦੇ ਉੱਤੇ ਹੋਏਗੀ, ਇਸ ਤੋਂ ਇਲਾਵਾ ਕਹਿੰਦਾ ਜੀ ਹੋਰ ਕਿਸੇ ਵੇਰੀਏਬਲ ਤੇ ਨਹੀਂ ਆਏਗੀ। ਗਿਵਨ ਲਿਕੁਇਡ ਦੀ ਡੈਂਸਿਟੀ ਤੇ g ਦੀ ਵੈਲਿਊ ਮੇਰੇ ਕੋਲ ਫਿਕਸ ਆ, irrespective of the shape of the container, irrespective of the shape of the container, if we have the liquid कहना जी which is to be of the same height, ठीक है, then we find कहना जी they always exert equal pressure at the equal depth। बेटे मेरे दिमाग च कोई फिगर हैगी जिन्ना मैं बोलदा पिया और वो ये चीज होएगी जे मान लो एक कंटेनर होवे इस शेप दे अंदर, ठीक है जी, ਇਹਦੇ ਬਾਟਮ ਐਂਡ ਦੇ ਉੱਤੇ ਇੱਥੇ ਜਿਹੜਾ ਪਿਸਟਨ ਲੱਗਿਆ ਹੋਇਆ, ਇਸ ਬਾਟਮ ਐਂਡ ਤੇ ਜਿਹੜਾ ਇੱਥੇ ਪਿਸਟਨ ਲੱਗਿਆ ਉਹਦਾ ਏਰੀਆ ਆਫ ਕ੍ਰਾਸ ਸੈਕਸ਼ਨ A ਆ, ਇਹਨੂੰ ਅਸੀਂ ਇੱਕ ਪ੍ਰੈਸ਼ਰ ਮੀਟਰ ਦੇ ਨਾਲ ਅਟੈਚ ਕਰ ਦਿੱਤਾ, ਠੀਕ ਹੈ, ਜਿੱਥੋਂ ਅਸੀਂ ਐਸਐਚ ਲਿਕੁਇਡ ਦਾ ਪ੍ਰੈਸ਼ਰ ਮੈਜ਼ਰ ਕਰਾਂਗੇ ਔਰ ਇਹਦੇ ਅੰਦਰ ਅਸੀਂ ਲਿਕੁਇਡ ਫਿਲ ਕਰ ਦਿੱਤਾ। ਉਹ ਤੇ ਮੇਨ ਥ੍ਰੈਟ ਬਾਰ-ਬਾਰ ਕਹਿ ਰਿਹਾ ਥਿਓਰੈਟੀਕਲ ਨੇ, ਫਿਗਰ ਧਿਆਨ ਨਾਲ ਸਮਝ ਕੇ ਉਹਦੀ ਐਕਸਪਲੇਨੇਸ਼ਨ ਬਣਦੀ ਜਾਣੀ ਹੈ, ਠੀਕ ਹੈ। ਸੋ ਇਹਦੇ ਅੰਦਰ h ਮੀਟਰ ਡੈਪਥ ਦਾ ਮੇਰੇ ਕੋਲ ਜਿਹੜਾ ਅਸੀਂ ਲਿਕੁਇਡ ਫਿਲ ਕੀਤਾ ਹੋਇਆ। ਦੂਜੀ ਅਸੀਂ ਡਿਫਾਈਨ ਕਰਦੇ ਕਿ ਤੁਹਾਡੇ ਕੋਲ ਐਸਐਚ ਜਿਹੜਾ ਕੰਟੇਨਰ ਹੋਏਗਾ ਉਸ ਕੰਟੇਨਰ ਦੀ ਸ਼ੇਪ ਕੁਝ ਮੰਨ ਲਓ ਇਸ ਵੇ ਨਾ ਆ ਗਈ, ਠੀਕ ਹੈ, ਔਰ ਇਸ ਕੰਟੇਨਰ ਦੇ ਅੰਦਰ ਜਿਹੜਾ ਤੁਸੀਂ ਲਿਕੁਇਡ ਫਿਲ ਕੀਤਾ ਹੋਇਆ ਇਹਦਾ ਵੀ ਲੈਵਲ ਸੇਮ ਉਨਾ ਹੀ ਜਿੰਨਾ ਮੇਰੇ ਕੋਲ ਇਹਦਾ ਲੈਵਲ ਹੋਏਗਾ, ਯਾਨੀ ਲੈਵਲ ਵਾਈਜ਼ ਲਿਕੁਇਡ ਜਿਹੜਾ ਮੇਰੇ ਕੋਲ ਉਹ ਸੇਮ ਆ, ਠੀਕ ਹੈ, ਲੈਵਲ ਵਾਈਜ਼ ਲਿਕੁਇਡ ਸੇਮ ਆ। ਇਹਦੇ ਵੀ ਨੀਚੇ ਜਿਹੜਾ ਪਿਸਟਨ ਲੱਗਿਆ ਹੋਇਆ ਉਹਦਾ ਏਰੀਆ ਆਫ ਕ੍ਰਾਸ ਸੈਕਸ਼ਨ A ਹੀ ਆ, ਠੀਕ ਹੈ, ਔਰ ਇਹਦੇ ਨਾਲ ਅਸੀਂ ਐਸਐਚ ਤੇ ਪ੍ਰੈਸ਼ਰ ਮੀਟਰ ਇਹਦੇ ਨਾਲ ਵੀ ਅਟੈਚ ਕੀਤਾ ਹੋਇਆ ਇਹਦਾ ਲਿਕੁਇਡ ਦਾ ਪ੍ਰੈਸ਼ਰ ਮੈਜ਼ਰ ਕਰਨ ਲਈ। ਔਰ ਤੀਜੀ ਅਸੀਂ ਸ਼ੇਪ ਕਹਿੰਦੇ ਨੇ ਮੇਰੇ ਕੋਲ ਆ ਗਈ ਜਿਹੜੀ ਉਹ ਮੰਨ ਲਓ ਕੁਝ ਮੇਰੇ ਕੋਲ ਇਸ ਵੇ ਨਾ ਆ ਗਈ, ਜੇ ਆ ਥਰਡ ਮੇਰੇ ਕੋਲ ਸ਼ੇਪ ਆ ਜਾਏ ਇਹਦੇ ਅੰਦਰ ਵੀ ਅਸੀਂ ਡਿਫਾਈਨ ਕਰਦੇ ਪਏ ਕਿ ਜਿਹੜਾ ਇੱਥੇ ਪਿਸਟਨ ਲੱਗਿਆ ਉਹਦਾ ਵੀ ਏਰੀਆ ਆਫ ਕ੍ਰਾਸ ਸੈਕਸ਼ਨ ਸੇਮ ਆ, ठीक है, और ਇਹਦੇ ਨਾਲ ਵੀ ਤੁਸੀਂ ਐਸਾ ਚੇਤਾ ਹੀ ਪ੍ਰੈਸ਼ਰ ਮੀਟਰ ਜਿਹੜਾ ਉਹ ਅਟੈਚ ਕੀਤਾ ਹੋਇਆ ਔਰ ਇਹਦੇ ਵਿੱਚ ਵੀ ਲਿਕੁਇਡ ਦਾ ਲੈਵਲ ਜਿਹੜਾ ਵਾ ਉਹ ਅਸੀਂ ਡਿਫਾਈਨ ਕਰਦੇ ਮੇਰੇ ਕੋਲ ਜਿਹੜਾ ਕਹਿੰਦਾ ਜੀ ਉਹ ਸੇਮ ਲੈਵਲ ਤੱਕ ਅਸੀਂ ਲਿਕੁਇਡ ਫਿਲ ਕੀਤਾ ਹੋਇਆ। ਇਨੀ ਗੱਲ ਪਹਿਲਾਂ ਸਮਝ ਲੱਗੀ? Yes, sir. ਹੁਣ ਉਹਨੇ ਡਿਫਾਈਨ ਕੀਤਾ ਕਿ ਵੀ ਜੇ ਮੈਂ ਐਸ ਚ ਤਿੰਨਾਂ ਕੰਟੇਨਰ ਚ ਲਵਾਂ ਨਾ ਤੁਸੀਂ ਕਹਿੰਦੇ ਲਿਕੁਇਡ ਦੀ ਹਾਈਟ ਜਿਹੜੀ ਆ ਉਹ ਤਿੰਨਾਂ ਕੰਟੇਨਰ ਚ ਸੇਮ ਆ, although कि भी amount of liquid in the three container that should be different। ਹੁਣ ਜੇ ਆ ਕੰਟੇਨਰ ਚ ਅਸੀਂ ਲੈ ਕੇ ਚਲੇ ਕਹਿੰਦੇ ਜੀ ਇਹਦੇ ਨਾਲ ਕੰਪੈਰੀਟਿਵ ਲਵਾਂਗੇ, ਇਹਦੇ ਨਾਲੋਂ ਇਹਦੇ ਅੰਦਰ ਲਿਕੁਇਡ ਦੇ ਅਮਾਉਂਟ ਜ਼ਿਆਦਾ ਤੇ ਇਹਦੇ ਚ ਲਿਕੁਇਡ ਦੇ ਅਮਾਉਂਟ ਥੋੜੀ ਆ। even then ਜੇ ਤਿੰਨਾਂ ਦੇ ਪ੍ਰੈਸ਼ਰ ਮੀਟਰ ਦੀ ਰੀਡਿੰਗ ਸੇਮ ਆਂਦੀ ਹੋਵੇ, ਜੇ ਤਿੰਨਾਂ ਦੇ ਪ੍ਰੈਸ਼ਰ ਮੀਟਰ ਦੀ ਰੀਡਿੰਗ ਸੇਮ ਆਂਦੀ ਹੋਵੇ ਤੇ ਇਹਦਾ ਮਤਲਬ ਇਹ ਹੋਇਆ ਕਿ ਵੀ ਆਪਣੇ ਕੋਲ ਐਸਐਚ ਪ੍ਰੈਸ਼ਰ ਜਿਹੜਾ ਹੋਏਗਾ ਉਹ ਮੇਨ ਇਸ h ਤੇ ਡਿਪੈਂਡੈਂਟ ਹੋਏਗਾ irrespective of amount of liquid present inside the container। ਕੀ ਗੱਲ ਸਮਝ ਲੱਗੀ ਬੇਟਾ? Yes, sir. Yes, sir. ਪੈਰਾਡੌਕਸ ਵਰਡ ਦਾ ਆਪਾਂ ਜੇ ਲਈਏ, ਪੈਰਾਡੌਕਸ ਦਾ ਕੀ ਮਤਲਬ ਹੁੰਦਾ? ਕੋਈ ਪੈਰਾਡੌਕਸ ਵਰਡ ਦਾ ਕੀ ਮਤਲਬ ਹੁੰਦਾ? ਇੰਨੇ ਅੰਗਰੇਜ਼ ਬੈਠੇ ਹੋ ਕੋਈ ਵੀ ਨਹੀਂ ਬੋਲੂਗਾ। ਚਲੋ ਇਹਨੇ ਦੇ ਤਾਂ ਗੂਗਲ ਚੋਂ ਲੱਭ ਲੈਣਾ ਸੀ ਤੁਸੀਂ। ਪੈਰਾਡੌਕਸ ਅਸੀਂ ਡਿਫਾਈਨ ਕਰਦੇ ਪਏ ਕਿ ਜਿਹੜੀ ਤੁਹਾਡੀ ਐਸਐਚ ਇੱਕ ਰੋਂਗ ਅਜ਼ੰਪਸ਼ਨ ਬਣਦੀ ਪਈ ਆ ਕਿ ਵੀ ਜੇ ਇਹਦੇ ਅੰਦਰ ਲਿਕੁਇਡ ਜ਼ਿਆਦਾ ਹੀ ਇਹਦੇ ਚ ਥੋੜਾ ਹੈਗਾ ਤੇ ਇਹ ਸਾਰੇ ਦੇ ਸਾਰੇ ਜਿਹੜੇ ਕੰਟੇਨਰਸ ਨੇ they should produce the different pressure inside the container। ਮਤਲਬ ਇਹਨਾਂ ਸਾਰਿਆਂ ਦੇ ਪ੍ਰੈਸ਼ਰ ਮੀਟਰ ਦੀ ਰੀਡਿੰਗ ਜਿਹੜੀ ਆ ਹਨਾ ਉਹ ਡਿਫਰੈਂਟ ਆਣੀ ਚਾਹੀਦੀ ਆ। ਇਹ ਸਾਡੀ ਐਸਐਚ ਇੱਕ ਪ੍ਰੀ ਅਜ਼ੰਪਸ਼ਨ ਹੈਗੀ ਆ, ਬਟ ਪ੍ਰੈਕਟੀਕਲੀ ਸੀ ਜਾਂ ਐਕਸਪੈਰੀਮੈਂਟਲੀ ਸੀ ਆਬਜ਼ਰਵ ਹੀ ਕਰਦੇ ਪਏ ਕਿ ਇਹਨਾਂ ਸਾਰੇ ਕੰਟੇਨਰ ਦੇ ਅੰਦਰ ਜੇ ਲਿਕੁਇਡ ਲੈਵਲ ਸੇਮ ਹੈਗਾ ਵਾ
ਇਹਦੇ ਲਿਕੁਇਡ ਦੀ ਹਾਈਟ ਸੇਮ ਹੈਗੀ ਆ ਤੇ ਇਹਨਾਂ ਸਾਰਿਆਂ ਦੇ ਅੰਦਰ ਪ੍ਰੈਸ਼ਰ ਵੀ ਉਹ ਕਹਿੰਦਾ ਜੀ ਸੇਮ ਆਂਦਾ। ਹੁਣ ਉਹਨੇ ਜਸਟੀਫਾਈ ਇਹਨੂੰ ਕਿੱਦਾਂ ਕੀਤਾ, ਆ ਚੀਜ਼ ਨੂੰ ਆਪਾਂ ਇਦਾਂ ਐਕਸਪਲੇਨ ਕਰਦੇ ਕਿ ਜੇ ਇਹਦੇ ਅੰਦਰ ਆ ਪਿਸਟਨ ਦੇ ਉੱਤੇ ਜੇ ਇਸ ਲਿਕੁਇਡ ਦੇ ਅੰਦਰ ਜਿੰਨਾ ਲਿਕੁਇਡ ਦਾ weight ਹੋਏਗਾ ਇਹਦੇ ਕਰਕੇ ਜੇ ਆ ਬਾਟਮ ਐਂਡ ਦੇ ਉੱਤੇ ਮੇਰੇ ਕੋਲ ਪ੍ਰੈਸ਼ਰ ਦੀ ਗੱਲ ਕਰਾਂ, ਠੀਕ ਹੈ। ਹੁਣ ਇਹ ਵਿਦਆਊਟ ਇਫੈਕਟ ਆਫ ਗ੍ਰੈਵਿਟੀ ਵਾਲਾ ਨਹੀਂ ਆਪਾਂ ਕੇਸ ਲੈ ਰਹੇ, ਇਹ ਵਿਦ ਇਫੈਕਟ ਆਫ ਗ੍ਰੈਵਿਟੀ ਵਾਲੇ ਨਾਲ ਆਪਾਂ ਜਸਟੀਫਾਈ ਕਰਦੇ ਪਏ ਕਿ ਜਿਵੇਂ ਇਹਦੇ ਇਸ ਕ੍ਰਾਸ ਸੈਕਸ਼ਨਲ ਏਰੀਆ ਦੇ ਉੱਤੇ ਪ੍ਰੈਸ਼ਰ ਮੇਜਰ ਕਰਾਂ, ਜਿੰਨਾ ਆ ਲਿਕੁਇਡ ਦਾ weight ਹੋਏਗਾ ਉਹਦੇ ਕਰਕੇ ਇੱਥੇ ਪ੍ਰੈਸ਼ਰ ਦੀ ਅਮਾਉਂਟ F/A ਆਜੂ। ਇਹਨਾਂ ਕਲੀਅਰ ਆ? Yes. ਠੀਕ ਹੈ। ਹੁਣ ਇਹਦੇ ਅੰਦਰ ਉਹ ਕਹਿੰਦਾ ਜੇ ਸੇਮ ਪ੍ਰੈਸ਼ਰ ਉਨਾ ਹੀ ਬਣਦਾ ਨਾ ਜਿੰਨਾ ਇਸ ਐਂਡ ਤੇ ਬਣਦਾ ਤਾਂ ਉਹਦਾ ਕਾਜ਼ ਇਹ ਹੋਏਗਾ, ਉਹ ਕਹਿੰਦਾ ਇਹਦੇ ਅੰਦਰ ਜੇ ਮੈਂ ਇਮੇਜਿਨਰੀ ਆ ਲਾਈਨ ਇਹਦੇ ਅੰਦਰ ਲਗਾ ਕੇ ਚੱਲਾਂ, ਠੀਕ ਹੈ, ਇਹਦੇ ਅੰਦਰ ਮੈਂ ਇਮੇਜਿਨਰੀ ਲਾਈਨਸ ਲਗਾ ਕੇ ਚੱਲਾਂ ਔਰ ਇਹਨਾਂ ਲਾਈਨਾਂ ਦੇ ਅੰਦਰ ਵਾਲੇ ਪੋਰਸ਼ਨ ਦੇ ਵਿੱਚ ਲਿਕੁਇਡ ਦੀ ਅਮਾਉਂਟ ਓਨੀ ਹੋਵੇ, ਠੀਕ ਹੈ, ਜਿੰਨਾ ਮੇਰੇ ਕੋਲ ਇਹਦਾ ਵਾ। ਤੇ ਆ ਜਿਹੜਾ ਐਕਸੈਸ ਲਿਕੁਇਡ ਦੋਨੋਂ ਪੋਰਸ਼ਨ ਚ ਇੱਥੇ ਅਸੀਂ ਡਿਵੈਲਪ ਕਰਦੇ ਪਏ, ਆ ਪੋਰਸ਼ਨ ਚ ਜਿਹੜਾ ਮੇਰਾ ਐਕਸੈਸ ਲਿਕੁਇਡ ਹੈਗਾ ਉਹ ਕਹਿੰਦਾ ਹੋਏਗਾ ਕਿ ਜਿਹੜਾ ਇਸ ਪੋਰਸ਼ਨ ਦੇ ਅੰਦਰ ਲਿਕੁਇਡ ਦਾ weight ਆ, ਠੀਕ ਹੈ, ਤੇ ਵੀ ਨੋ weight always acting vertically downward। ਜੇ weight ਮੇਰਾ vertically downward लाई ਕਰੇਗਾ, ਆ ਪੋਰਸ਼ਨ ਦਾ ਵੀ ਜਿਹੜਾ weight ਆ ਉਹ vertically ਇਸ ਤਰ੍ਹਾਂ ਤੇ ਪ੍ਰੈਸ਼ਰ ਬਿਲਟ ਅਪ ਕਰਦਾ ਪਿਆ ਤੇ ਆ ਪੁੱਤ ਜਿਹੜਾ ਪੋਰਸ਼ਨ ਹੋਏਗਾ ਜਦੋਂ ਇਹਨੇ ਐਕਸ਼ਨ ਬਣ ਕੇ ਡਾਊਨਵਰਡ ਫੋਰਸ ਲਗਾਈ ਤੇ ਲਿਕੁਇਡ ਨੇ ਰਿਐਕਸ਼ਨਲ ਫੋਰਸ ਜਿਹੜੀ ਆ ਉਹ ਵਾਲ ਆਫ ਕੰਟੇਨਰ ਤੇ ਦੇਣੀ। Yes, sir. बेटे थोड़ा जा अटेंटिव होके ना वधिया ढंग नाल समझ लो, मैं बार-बार कह रहा ये चीज बुक च नहीं लभनी, ठीक है, सिर्फ फिगर बनाती, कोई फोर्सेस दा कांसेप्ट नहीं दिखाया होया, ठीक है। ਇਹਦਾ ਮਤਲਬ ਆ ਪੋਰਸ਼ਨ ਦਾ ਜਿਹੜਾ ਲਿਕੁਇਡ ਆ ਇਹਨੇ ਜਦੋਂ ਡਾਊਨਵਰਡ ਐਕਸ਼ਨ ਪਰਫਾਰਮ ਕੀਤਾ, ਇਸ ਐਕਸ਼ਨ ਦਾ ਜਿਹੜਾ ਰਿਐਕਸ਼ਨ ਆਏਗਾ ਹਨਾ, ਹੁਣ ਇਸ ਪੋਰਸ਼ਨ ਦਾ ਜਿਹੜਾ ਰਿਐਕਸ਼ਨ ਆਣਾ ਉਹ ਰਿਐਕਸ਼ਨਲ ਫੋਰਸ ਹਮੇਸ਼ਾ ਗਿਵਨ ਸਰਫੇਸ ਦੇ ਪਰਪੈਂਡੀਕੂਲਰ ਹੁੰਦੀ ਹੈ ਜੀ। Yes. Yes, sir. Yes, sir. ਇਹਦਾ ਮਤਲਬ ਜੇ ਇੱਥੇ ਰਿਐਕਸ਼ਨਲ ਫੋਰਸ ਆ ਮੇਰੀ ਸਰਫੇਸ ਆ, ਇਹਦੀ ਸਰਫੇਸ ਤੇ ਰਿਐਕਸ਼ਨ ਆਈ ਤੇ ਉਹ ਇਹਦੇ ਪਰਪੈਂਡੀਕੂਲਰ ਇਸ ਡਾਇਰੈਕਸ਼ਨ ਚ ਆਜੂ, ਇਹਦੇ ਇਸ ਪੁਆਇੰਟ ਤੋਂ ਵੀ ਜਿਹੜੀ ਰਿਐਕਸ਼ਨਲ ਫੋਰਸ ਆ ਉਹ ਇਸ ਡਾਇਰੈਕਸ਼ਨ ਚ ਆਜੂ। ਤੇ ਜੇ ਮੈਂ ਦੋਨੋਂ ਪਾਸੇ ਇਸ r ਨੂੰ ਰਿਜ਼ੋਲਵ ਕਰ ਲਵਾਂ, ਜੇ ਦੋਨੋਂ ਪਾਸੇ ਮੈਂ r ਨੂੰ ਰਿਜ਼ੋਲਵ ਕਰ ਲਵਾਂ ਤੇ r ਦੇ ਜਿਹੜੇ ਕੰਪੋਨੈਂਟ ਬਣਨੇ ਆ ਉਹਦੇ ਵਿੱਚ ਮੇਰੇ ਕੋਲ SHA ਆ ਜਾਏਗਾ। ਜਿਹੜੇ ਆ ਹੌਰੀਜ਼ੌਂਟਲ ਕੰਪੋਨੈਂਟ ਨੇ being equal and opposite, ਇਹ ਇੱਕ ਦੂਜੇ ਦਾ ਇਫੈਕਟ ਕੈਨਸਲ ਕਰੋਗੇ, Yes. ਠੀਕ ਹੈ। ਤੇ ਜਿਹੜੀ ਮੇਰੇ ਕੋਲ ਆ ਵਰਟੀਕਲੀ ਆਪੋਜ਼ਿਟ ਯਾਨੀ ਮੇਰੇ ਕੋਲ ਵਰਟੀਕਲ ਅਪਵਰਡ ਜਿਹੜੇ ਕੰਪੋਨੈਂਟ ਆਏ ਆ, ਇਹ ਐਸਚ ਇਸ ਲਿਕੁਇਡ ਐਡੀਸ਼ਨਲ ਦਾ ਜਿੰਨਾ weight ਹੋਏਗਾ, ਇਸ ਐਡੀਸ਼ਨਲ weight ਨੂੰ ਐਸਚ ਇਸ ਫੋਰਸ ਨੇ ਬੈਲੈਂਸ ਕਰ ਜਾਣਾ। Yes, sir. Yes, sir. ਇਹਦਾ ਮਤਲਬ ਕੰਟੇਨਰ ਦੇ ਇਹਨਾਂ ਦੋਨਾਂ ਪੋਰਸ਼ਨ ਦੇ ਅੰਦਰ ਮੇਰੇ ਕੋਲ ਕੀ ਹੋਏਗਾ ਕਿ ਜਿਹੜਾ ਆ ਅਪਵਰਡ ਕੰਪੋਨੈਂਟ ਆਨੇ ਆ ਇਹ ਇਸ ਐਡੀਸ਼ਨਲ weight ਨੂੰ ਬੈਲੈਂਸ ਕਰਨ ਚ ਲੱਗ ਗਏ, ਹੌਰੀਜ਼ੌਂਟਲ ਕੰਪੋਨੈਂਟ ਕੈਨਸਲ ਹੋ ਗਏ, ਜਿਹਦੇ ਕਰਕੇ ਮੇਰੇ ਕੋਲ ਨੈਟ ਇਫੈਕਟ ਜਿਹੜਾ ਇਸ ਪ੍ਰੈਸ਼ਰ ਮੀਟਰ ਦੇ ਉੱਤੇ ਪਏਗਾ ਉਹ ਆ ਡਾਟਡ ਲਾਈਨ ਦੇ ਅੰਦਰ ਜਿਹੜਾ ਲਿਕੁਇਡ ਕਾਲਮ ਆ ਇਹਦਾ ਇਫੈਕਟ ਆਊਗਾ। Yes, sir. ਇਸ ਲਈ ਉਹ ਕਹਿੰਦਾ ਜੀ ਇਸ ਕੰਟੇਨਰ ਦੇ ਅੰਦਰ ਵੀ ਜੇ ਏਰੀਆ ਆਫ ਕ੍ਰਾਸ ਸੈਕਸ਼ਨ ਸੇਮ ਇਹਦੇ ਜਿੰਨਾ ਹੀ ਆ ਤੇ ਇਸ ਥਾਂ ਤੇ ਵੀ ਪ੍ਰੈਸ਼ਰ ਉਨਾ ਹੀ ਬਿਲਟ ਅਪ ਹੋਏਗਾ ਜਿੰਨਾ ਮੇਰੇ ਕੋਲ ਕਹਿੰਦਾ ਜੀ ਇਸ ਲਿਕੁਇਡ ਦੇ ਕਾਲਮ ਕਰਕੇ ਆਇਆ। ਤੇ ਜੇ ਹੁਣ ਮੈਂ ਥਰਡ ਫਿਗਰ 'ਚ ਚੱਲਾਂ, ਇਹ 'ਚ ਅਸੀਂ ਕਹਿੰਦੇ ਪਏ ਕਿ ਐਸ 'ਚ ਲਿਕੁਇਡ ਦਾ weight ਜਦੋਂ ਡਾਊਨਵਰਡ ਲਾਈ ਕਰੇਗਾ ਤੇ ਜਿਹੜੀ ਐਸ 'ਚ ਇਹ ਐਕਸ਼ਨ ਬਣਨਾ, ਇਹਦਾ ਰਿਐਕਸ਼ਨ ਜਿਹੜਾ ਇਹਨਾਂ ਸਰਫੇਸਿਸ ਦੇ ਉੱਤੇ ਆਏਗਾ ਤੇ ਉਹ ਰਿਐਕਸ਼ਨਲ ਫੋਰਸ ਇਸ ਵੇ ਨਾਲ ਪਰਪੈਂਡੀਕੂਲਰ ਡਾਊਨਵਰਡ ਐਕਟ ਕਰੂਗੀ। Yes, sir. ਤੇ ਜੇ ਮੈਂ ਇੱਥੇ ਇਹਨੂੰ ਰਿਜ਼ੋਲਵ ਕਰਾਂ ਤੇ ਇਸ ਵੇਲੇ ਵੀ ਇਹਨਾਂ ਦੇ ਜਿਹੜੇ ਹੌਰੀਜ਼ੌਂਟਲ ਕੰਪੋਨੈਂਟ ਆ ਹਨਾ, ਆ ਹੌਰੀਜ਼ੌਂਟਲ ਕੰਪੋਨੈਂਟ ਇਹਦਾ ਇੱਕ ਦੂਜੇ ਨਾਲ ਕੈਨਸਲ ਹੋ ਜਾਣੇ ਤੇ ਜਿਹੜੇ ਵਰਟੀਕਲ ਡਾਊਨਵਰਡ ਕੰਪੋਨੈਂਟ ਨੇ ਇਹ ਦੋਨੋਂ ਦੇ ਦੋਨੋਂ ਐਸਚ ਇਸ weight ਦੇ ਨਾਲ ਐਡ ਹੋ ਕੇ ਇੱਥੇ ਟੋਟਲ ਪ੍ਰੈਸ਼ਰ ਐਗਜ਼ਰਟ ਕਰੋਗੇ। Yes, sir. Yes, sir. ਉੱਥੇ ਪੁੱਤ ਮੇਰੇ ਕੋਲ ਇਹ ਐਡੀਸ਼ਨਲ ਕੰਪੋਨੈਂਟ ਬਣੇ ਹੀ ਨਹੀਂ, ਠੀਕ ਹੈ ਜੀ, ਇਸ ਲਈ ਇੱਥੇ ਆਪਣੇ ਕੋਲ ਐਡੀਸ਼ਨਲ ਫੋਰਸਿਸ ਦਾ ਕਨਸੈਪਟ ਨਹੀਂ ਆਇਆ। ਇਹਨਾਂ ਦੋ ਕੇਸਿਸ ਦੇ ਅੰਦਰ ਐਡੀਸ਼ਨਲ ਫੋਰਸਿਸ ਅਸੀਂ ਡਿਵੈਲਪ ਕਰਦੇ ਪਏ, ਇਹਦੇ ਵਿੱਚ ਜਿਹੜੀ ਐਡੀਸ਼ਨਲ ਫੋਰਸਿਸ ਆਈਆਂ ਉਹ ਇਸ ਐਡੀਸ਼ਨਲ ਲਿਕੁਇਡ ਦੇ weight ਨੂੰ ਬੈਲੈਂਸ ਕਰ ਗਈਆਂ, ਠੀਕ ਹੈ। ਤੇ ਇਸ ਪਿਸਟਨ ਦੇ ਉੱਤੇ ਜਿਹੜਾ ਲਿਕੁਇਡ ਦਾ weight ਐਕਟ ਕਰਦਾ ਪਿਆ ਪ੍ਰੈਸ਼ਰ ਪਾ ਰਿਹਾ ਉਹ ਡਾਟਡ ਲਾਈਨ ਦੇ ਵਿਦਨ ਦਾ ਕੰਟੇਨਰ ਆ ਗਿਆ। ਤੇ ਜਿਵੇਂ ਇਸ ਕੇਸ 'ਚ ਚੱਲਾਂ, ਇਹ 'ਚ ਜੇ ਲਿਕੁਇਡ ਦੀ ਅਮਾਉਂਟ ਥੋੜੀ ਸੀ ਪਰ ਇਸ ਰਿਐਕਸ਼ਨਲ ਫੋਰਸਿਸ ਦੇ ਕੰਪੋਨੈਂਟ ਜਿਹੜੇ ਡਾਊਨਵਰਡ ਲਾਈ ਕਰਦੇ ਪਏ
ਇਹ ਕੰਪੋਨੈਂਟ ਐਸ ਸੱਚ ਇਸ weight ਦੇ ਨਾਲ ਐਡ ਹੋ ਕੇ ਇਸ ਕ੍ਰਾਸ ਸੈਕਸ਼ਨਲ ਏਰੀਆ ਤੇ ਟੋਟਲ ਪ੍ਰੈਸ਼ਰ ਬਣਾਓਗੇ। Yes, sir. Yes, sir. ਇਸ ਲਈ ਇਸ ਕੇਸ ਦੇ ਅੰਦਰ ਵੀ ਜਿਹੜੇ ਪ੍ਰੈਸ਼ਰ ਦੀ ਅਮਾਉਂਟ ਹੋਏਗੀ ਉਹ ਕਹਿੰਦਾ ਜੀ ਸੇਮ ਓਨੀ ਆਏਗੀ ਜਿੰਨੀ ਮੇਰੇ ਕੋਲ ਇਹਨਾਂ ਦੋ ਕੰਟੇਨਰ ਚ ਆਂਦੀ। ਇਹਦਾ ਮਤਲਬ ਇਹ ਹੋ ਗਿਆ irrespective of the amount of liquid present inside the container, ਠੀਕ ਹੈ, the pressure at the bottom of the container it will always to be depend upon the ਕਹਿੰਦਾ ਜੀ height of the liquid column। ਇਹਦਾ ਮਤਲਬ ਜਿਹੜੀ ਮੇਨ ਡਿਪੈਂਡੈਂਸ ਹੋਏਗੀ ਉਹ ਕਹਿੰਦਾ ਜੀ ਉਹ ਲਿਕੁਇਡ ਕਾਲਮ ਦੀ ਹਾਈਟ ਤੇ ਹੋਏਗੀ, ਨਾ ਕਿ ਕੰਟੈਂਟ ਅਮਾਉਂਟ ਆਫ ਲਿਕੁਇਡ ਮੇਰੇ ਕੋਲ ਜਿਹੜਾ ਉਹਦੇ ਤੇ ਕਿੰਨਾ ਡਿਪੈਂਡੈਂਸ ਆਏਗੀ। क्या आ चीज सही क्लियर है बेटा? Yes, sir. Yes, sir. Yes, sir. चलो ਆਪਾਂ ਜਿਹੜਾ ਟੌਪਿਕ ਕਰਦੇ ਪਏ, ਠੀਕ ਹੈ ਜੀ, ਨੋਟ ਕਰੋ ਜ਼ਰਾ ਇੱਕ ਵਾਰੀ।